ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜੇ UAPA ਦਾ ਪਤਾ ਲੱਗ ਸਕਦਾ, ਇੱਕ ਸਟੇਟਸ ਪਾਇਆ ਹੋਇਆ ਪਤਾ ਲੱਗ ਸਕਦਾ, ਇੱਕ ਲਾਈਕ ਕੀਤਾ ਹੋਇਆ ਬੰਦਾ ਫੜਿਆ ਜਾ ਸਕਦਾ, ਕਮੈਂਟ ਕੀਤਾ ਹੋਇਆ ਬੰਦਾ ਫੜਿਆ ਜਾ ਸਕਦਾ, ਤੇ ਸ਼ਰਾਬ ਦੇ ਤਸਕਰ ਕਿਉਂ ਨਹੀਂ ਫੜੇ ਜਾ ਰਹੇ? ਕੀ ਮੌਤਾਂ ਤੋਂ ਬਾਅਦ ਜਾਗਾਂਗੇ? ਚੇਨ ਚੱਲ ਰਹੀ ਹੈ ਮਾਫੀਏ ਦੀ, ਉਹਨੂੰ ਬਚਾਉਣ ਦੇ ਲਈ ਸਰਕਾਰ ਸਾਰਾ ਕੁਝ ਜਿਹੜਾ ਇਹ ਕਰ ਰਹੀ ਹੈ। ਇਸੇ ਕਰਕੇ ਮਤਲਬ ਇਹਨਾਂ ਪਰਿਵਾਰਾਂ ਨਾਲ ਦੁੱਖ ਨਹੀਂ ਸਾਂਝਾ ਕੀਤਾ ਜਾ ਰਿਹਾ। ਇਸੇ ਕਰਕੇ ਕੋਈ ਲੱਥੀ ਚੜੀ ਦੀ ਨਹੀਂ ਸਰਕਾਰ ਨੂੰ, ਔਰ ਇਸੇ ਹੀ ਕਰਕੇ ਡੈੱਡ ਬੋਡੀਜ਼ ਦੀ ਪਰਵਾਹ ਨਹੀਂ, ਔਰ ਇਹੀ ਇੱਕ ਵੱਡਾ ਰੀਜ਼ਨ ਆ ਕਿ ਸਰਕਾਰ ਇਹਨਾਂ ਡੈੱਡ ਬੋਡੀਜ਼ ਦਾ ਪੋਸਟਮਾਰਟਮ ਨਹੀਂ ਹੋਣ ਦੇ ਰਹੀ। ਜਾਂਦੇ ਮਹੀਨਾ ਮੁੰਨਾ ਲੈਂਦੇ ਆ, ਕੌਣ ਪੁੱਛ ਕੇ ਜਿਹਨੂੰ ਅਗਲੇ ਦੇ ਪੈਸੇ ਦੀ ਗੱਲ ਹੈ। ਪੈਸੇ ਨਾਲ ਹਰ ਕੋਈ ਚੀਜ਼ ਵਿਕਦੀ ਹੈ, ਵਿਕਦੀ। ਵੀ ਇਹਦੇ ਜ਼ਿੰਮੇਵਾਰ ਕੌਣ ਆ? ਕੈਪਟਨ ਸਰਕਾਰ, ਪੰਜਾਬ ਦੀ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਆ। ਲੋਕਾਂ ਦੇ ਮੌਤ ਕਰਾਉਣ ਦੀ ਉਹ ਜ਼ਿੰਮੇਵਾਰ ਆ, ਨਸ਼ਾ ਵੇਚਣ ਦੀ ਉਹ ਜ਼ਿੰਮੇਵਾਰ ਆ, ਸਮੈਕ ਵਿਕ ਰਹੀ ਆ, ਬਲਾਤਕਾਰ ਪਿੰਡਾਂ 'ਚ ਹੋ ਰਿਹਾ, ਉਹਦੀ ਜ਼ਿੰਮੇਵਾਰੀ ਕੌਣ ਹੈ? ਕੈਪਟਨ ਸਰਕਾਰ ਹੈ। ਇਹ ਸਿਰਫ ਇੱਕ ਨਾਂ ਦੀ ਜਾਂਚ ਆ, ਕੁਝ ਨਹੀਂ ਹੋਣਾ। ਅੰਦਰ ਲਾਸ਼ਾਂ ਜਿਹੜੀਆਂ ਗਲਣ ਡਈਆਂ, ਸੜਨ ਡਈਆਂ, ਸਾਨੂੰ ਰੋਹ ਪਾਉਣ ਡਏ, ਤੁਹਾਡੇ ਤੇ ਪਰਚੇ ਕਰ ਦਾਂਗੇ, ਆਪਣੀਆਂ ਲਾਸ਼ਾਂ ਚੱਕ ਲਓ, ਉਹ ਕਰ ਲਓ, 2 ਲੱਖ ਰੁਪਇਆ ਲੈ ਜਾਓ, 4 ਲੈ ਜਾਓ, ਆਹ ਕੁਝ ਹੋਣ ਡਿਆ ਸਾਡੇ ਨਾਲ। ਰਮਨਜੀਤ ਸਿੱਕੀ ਦਾ PA ਦਾ ਬੰਦਾ ਆਣ ਕੇ ਸਾਡੇ ਗੱਲ ਪੈ ਰਿਹਾ, ਆਪਣੀ ਲਾਸ਼ ਚੁੱਕ ਕੇ ਲੈ ਜਾਓ, ਨਹੀਂ ਤਾਂ ਤੁਹਾਡੇ ਤੇ ਪਰਚਾ ਕਰ ਦੇਣਾ, ਨਹੀਂ ਆਇਆ ਕਰ ਦੇਣਾ, ਤੇ ਧਮਕੀਆਂ ਦੇ ਰਿਹਾ ਸਾਨੂੰ। ਸਿੱਕੀ ਕੌਣ ਹੈਗੇ? ਰਮਨਜੀਤ ਸਿੱਕੀ ਸਾਡਾ ਮੌਜੂਦਾ ਖਡੂਰ ਸਾਹਿਬ ਦਾ MLA। ਇੱਕ ਪਾਸੇ ਕਰੋਨਾ ਦਾ ਕਹਿਰ ਹੈਗਾ, ਤੇ 2 ਦਿਨ ਤੋਂ ਇੱਥੇ ਪੰਜਾਬ ਦੇ ਵਿੱਚ ਜਿਵੇਂ ਕਿ ਨਸ਼ਿਆਂ ਦਾ ਦੌਰ ਚੱਲਿਆ ਹੈਗਾ ਵਾ, ਉਹਦੇ ਵਿੱਚ ਸ਼ਰਾਬ ਨੇ ਵੀ ਆਪਣਾ ਕਹਿਰ ਵਰਤਾਇਆ। ਜੇ ਚਿੱਟੇ ਦੀ ਗੱਲ ਕਰਦੇ ਸੀ, ਕਿਤੇ ਚਿੱਟੇ ਨੇ ਜਵਾਨੀਆਂ ਬਰਬਾਦ ਕੀਤੀਆਂ ਸੀ, ਤੇ ਜੇ ਆਪਾਂ ਇੱਕ ਦਿਨ ਪਛਾਣ ਚੱਲੀਏ ਤੇ ਕਈ ਨੌਜਵਾਨ ਤੇ ਕਈ ਬਜ਼ੁਰਗ ਜਿਹੜੇ ਹੈਗੇ ਆ ਸ਼ਰਾਬ ਪੀਣ ਦੇ ਨਾਲ ਮੌਤ ਦੇ ਘਾਟ ਚਲੇ ਗਏ ਆ। ਕੀ ਕਾਰਨ ਆ ਇਹਦੇ ਬਾਰੇ ਤਾਂ ਸਰਕਾਰ ਹੀ ਦੱਸ ਚੁੱਕੀ ਆ। ਹੁਣ ਫੜੋ ਫੜਾਈਆਂ ਵੀ ਹੋ ਰਹੀਆਂ। ਉਹ ਕੌਣ ਆ ਜਿਹੜੇ ਪਿੰਡਾਂ 'ਚ ਸ਼ਰਾਬ ਵੇਚਦੇ ਆ? ਉਹ ਕੌਣ ਆ ਜਿਹੜੇ ਇਹੋ ਜਿਹੀ ਸ਼ਰਾਬ ਵੇਚ ਕੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ? ਤਰਨਤਾਰਨ ਦੇ ਵਿੱਚ ਇਸ ਟਾਈਮ ਸਿਵਲ ਹਸਪਤਾਲ ਦੇ ਵਿੱਚ ਆ, ਕੁਝ ਪਰਿਵਾਰ ਉੱਥੋਂ ਦੇ ਸਾਡੇ ਨਾਲ ਹੈਗੇ ਆ, ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਨਾਮ ਪੁੱਛਦੇ ਆ। ਵੀਰ ਜੀ ਕੀ ਨਾਮ ਤੁਹਾਡਾ? ਨਿਰਮਲਜੀਤ ਸਿੰਘ। ਕਿਹੜਾ ਪਿੰਡ ਆਪਣਾ? ਪੰਡੋਰੀ ਗੋਲਾ ਜੀ। ਤੁਹਾਡੇ ਪਰਿਵਾਰ 'ਚ ਹੋਈ ਕਿਸੇ ਦਾ? ਮੇਰੇ ਵੱਡੇ ਬ੍ਰਦਰ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਹੈਗੀ ਸੀ 46 ਸਾਲ। 46 ਸਾਲ। ਕੀ ਗੱਲ ਕੀ ਕਿਦਨ ਹੋਈ ਹੈ ਪ੍ਰੋਬਲਮ? ਕੱਲ੍ਹ ਹੋਈ ਸੀ। ਸ਼ਰਾਬ ਦੇ ਨਾਲ ਹੀ ਮੌਤ ਹੋਈ? ਸ਼ਰਾਬ ਦੇ ਨਾਲ ਹੀ ਹੋਈ ਜੀ। ਕਿੰਨੇ ਪਰਿਵਾਰਕ ਹੋਰ ਮੈਂਬਰ ਹੈਗੇ ਸੀ ਪਿੰਡ ਦੇ ਜਿਨ੍ਹਾਂ ਦੀ ਮੌਤ ਹੋਈ? 5-6 ਜਣੇ ਜੀ। ਹੋਰ ਕਿਹੜੀ ਕਿਹੜੀ ਜਗ੍ਹਾ ਤੋਂ ਸੀ? ਹੋਰ ਭੁੱਲਰਾਂ ਤੋਂ ਜੀ, ਹੋਰ ਨਰੰਗਾਬਾਦ, ਪਿੰਡ ਸੰਘੇ, ਬਜੜੇ, ਆ ਸ਼ਹਿਰ ਹੈਗੇ 3-4 ਪਿੰਡ ਇੱਥੇ ਜੇ। ਹਾਂਜੀ। ਅੱਛਾ, ਇਹ ਸਾਰੇ ਪਿੰਡਾਂ ਦੇ ਵਿੱਚ ਕਿੰਨੀਆਂ ਕੁ ਮੌਤਾਂ ਹੋ ਚੁੱਕੀਆਂ ਤੁਹਾਨੂੰ ਲੱਗਦਾ ਹੈ? ਭਾਜੀ ਇਹ ਨਾ ਮੈਨੂੰ ਪਤਾ ਨਹੀਂ, ਪਰ ਇੱਥੇ 31 ਬੰਦੇ ਆ ਚੁੱਕੇ ਜੀ। 31 ਬੰਦੇ ਆ ਚੁੱਕੇ ਜੇ, ਹੋਰ ਆ ਹੀ ਜਾਂਦੇ ਆ ਜੀ। ਸ਼ਰਾਬ ਤੇ ਲੋਕੀ ਆਮ ਰੋਜ਼ ਹੀ ਪੀਂਦੇ ਹੋਣਗੇ, ਪਰ ਉਦੋਂ ਕੀ ਲੱਗਦਾ ਤੁਹਾਨੂੰ ਕਿੱਥੋਂ ਸ਼ਰਾਬ ਆਈ ਸੀ, ਕਿੱਥੋਂ ਲੈ ਕੇ ਪੀਤੀ ਇਹਨਾਂ ਸਾਰਿਆਂ ਨੇ? ਇਹ ਸਰ ਇਹ ਨਹੀਂ ਪਤਾ, ਪਰ ਆਈ ਹੈ ਪਤਾ ਨਹੀਂ ਕਿੱਥੋਂ। ਪਹਿਲਾਂ ਵੀ ਪੀਂਦੇ ਸੀ, ਜਿਹੜੀ ਬੁੱਧਵਾਰ ਹੀ ਪੀਤੀ ਸ਼ਰਾਬ, ਜਿਹੜੀ ਵੀਰਵਾਰ ਪੀਤੀ ਨਾ, ਉਹਦੇ ਵਿੱਚ ਪਤਾ ਨਹੀਂ ਕੀ ਇਹੋ ਜਿਹੀ ਚੀਜ਼ ਆ ਗਈ ਆ ਵੀ ਜਿਹਦੇ ਮੌਤ ਹੋ ਗਈ ਹੈ। ਵੀਰਵਾਰ ਵਾਲੇ ਦਿਨ ਪੀਤੀ ਹੋਈ ਸ਼ਰਾਬ? ਵੀਰਵਾਰ ਵਾਲੀ ਜਿਹੜੀ ਜੇ ਪੀਤੀ ਆ ਨਾ, ਇਸੇ ਸ਼ਰਾਬ ਨੇ ਮੌਤ ਕੀਤੀ ਆ। ਇਹ ਸ਼ਰਾਬ ਜਿਹੜੀ ਆਮ ਪਿੰਡਾਂ 'ਚ ਵਿਕਦੀ ਆ ਜਾਂ ਠੇਕੇ ਤੋਂ ਕਿਤੋਂ ਲੈ ਕੇ ਪੀਤੀ? ਨਹੀਂ, ਇਹ ਨਕੋਲ ਦੀ ਗੱਲ ਹੈ ਜੀ। ਇਹ ਪਿੰਡਾਂ 'ਚ ਨਕੋਲ ਵੇਚਦੀ ਆ, ਉਹ ਨਕੋਲ ਨਹੀਂ ਹੈ। ਪ੍ਰਸ਼ਾਸਨ ਪੁੱਛਦਾ ਨਹੀਂ ਜਾ ਕੇ? ਜਦੋਂ ਸ਼ਰਾਬ ਆਮ ਕੱਢੀ ਜਾਂਦੀ ਆ, ਪ੍ਰਸ਼ਾਸਨ ਪੁੱਛਦਾ ਨਹੀਂ ਜਾ ਕੇ? ਇਹ ਕੀ ਪਤਾ, ਇਹ ਮਹੀਨੇ ਲੈਂਦੇ ਆ ਜੀ, ਕੌਣ ਪੁੱਛਦਾ ਜਾ ਕੇ? ਪਿੰਡ ਦੇ ਵਿੱਚ ਸ਼ਰਾਬ ਕੱਢੀ ਜਾਂਦੀ ਆ, ਤੁਹਾਡੇ ਪਿੰਡਾਂ ਸ਼ਰਾਬ ਨਿਕਲਦੀ? ਪੰਡੋਰੀ ਗੋਲਾ ਦੱਸਿਆ ਤੁਸੀਂ? ਹਾਂਜੀ, ਪੰਡੋਰੀ ਗੋਲਾ। ਪੰਡੋਰੀ ਗੋਲਾ ਦੇ ਪਹਿਲਾਂ ਵੀ ਸ਼ਰਾਬ ਨਿਕਲਦੀ ਸੀ? ਹਾਂਜੀ, ਨਿਕਲਦੀ ਸੀ। ਹੋਰ ਕਿਹੜੇ ਪਿੰਡ ਆ ਜਿੱਥੇ ਇੱਥੇ ਸ਼ਰਾਬ ਨਿਕਲਦੀ ਤੇ ਵੇਚੀ ਜਾਂਦੀ? ਸਰ ਜ਼ਿਆਦਾ ਤੇ ਹੋਰ ਕਈ ਪਿੰਡਾਂ ਤੇ ਹੈਗੇ, ਪਰ ਆਪਾਂ ਨੂੰ ਆਪਣੇ ਪਿੰਡ ਦਾ ਹੀ ਪਤਾ ਜੀ। ਫਿਰ ਵੀ ਆਈਡੀਆ ਕਿਹੜਾ ਪਿੰਡ? ਹਾਂਜੀ, ਕਿਹੜਾ ਪਿੰਡ? ਆਪਾਂ ਕਦੀ ਨਾ ਮੈਂ ਪੀਂਦਾ ਜੇ, ਤੇ ਨਾ ਮੈਂ ਕਦੀ ਪਤਾ ਜੇ। ਮੈਨੂੰ ਗੱਲਾਂ ਦੇ ਵਿੱਚੋਂ ਸਾਡੇ ਪਿੰਡ ਨਿਕਲਦੀ, ਪਰ ਹੁਣ ਉਹ ਵੀ ਕੱਲ ਪਰਸੋਂ ਦੇ ਫੜੇ ਹੋਏ ਆ ਬੰਦੇ। ਮਤਲਬ ਸਾਰੇ ਹੁਣ ਫੜੇ ਆ? ਉਹ ਪਹਿਲਾਂ ਹੀ ਪਤਾ ਸੀ ਉਹ ਕੱਢਦੇ? ਹਾਂਜੀ। ਪ੍ਰਸ਼ਾਸਨ ਕਦੀ ਪਹਿਲਾਂ ਨਹੀਂ ਸੀ ਉਹਨਾਂ ਵੱਲ ਗਿਆ? ਜਾਂਦੇ ਮਹੀਨਾ ਮੁੰਨਾ ਲੈਂਦੇ ਆ, ਕੌਣ ਪੁੱਛ ਕੇ ਜਿਹਨੂੰ ਅਗਲੇ ਦੇ ਪੈਸੇ ਦੀ ਗੱਲ ਹੈ। ਪੈਸੇ ਨਾਲ ਹਰ ਕੋਈ ਚੀਜ਼ ਵਿਕਦੀ ਹੈ ਜੀ, ਵਿਕਦੀ ਕਿ ਨਹੀਂ ਜੀ? ਪੈਸੇ ਨਾਲ ਜਾਨ ਨਹੀਂ ਨਾ ਬਚ ਸਕਦੀ? ਪੈਸੇ ਨਾਲ ਤੁਹਾਡਾ ਭਰਾ ਨਹੀਂ ਵਾਪਸ ਆਇਆ, ਤੁਹਾਨੂੰ ਕੀ ਲੱਗਦਾ? ਉਹ ਤਾਂ ਹੁਣ ਸਾਨੂੰ ਪਤਾ ਹੀ ਵੀ ਨਹੀਂ ਆ ਸਕਦਾ ਜੀ, ਪਰ ਇਹਨਾਂ ਨੂੰ ਪੈਸੇ ਕਮਾਉਣਾ ਵਾ। ਇਹਨਾਂ ਨੂੰ ਕਿਸੇ ਦੀ ਜਾਨ ਲੈਣਾ ਥੋੜੀ ਹੈ। ਇਹਨਾਂ ਜਾਨ ਜੀ ਦੀ ਲੈਣੀ, ਉਹਨਾਂ ਲੈ ਲਈ ਲੈਣੀ ਆ। ਉਹਨਾਂ ਨੂੰ ਪੈਸੇ ਕਮਾਉਣਾ ਜੀ, ਵੀ ਅਸੀਂ ਪੈਸੇ ਕਮਾਉਣੇ ਆ।
ਅਲਕੋਹਲ ਪੀਤੀ ਗਈ, ਸ਼ਰਾਬ ਪੀਤੀ ਗਈ, ਜਿਹੜੀ ਪਿੰਡਾਂ ਦੇ ਵਿੱਚ ਏਡਾ ਵੱਡਾ ਨੁਕਸਾਨ ਕਰਕੇ ਗਈ ਆ। ਵੀਰ ਨੇ ਦੱਸਿਆ ਕਿ ਪੰਡੋਰੀ ਗੋਲਾ ਤਰਨਤਾਰਨ ਦਾ ਪਿੰਡ ਆ, ਜਿੱਥੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਪਿੰਡ ਦੇ ਵਿੱਚ ਸ਼ਰਾਬ ਨਿਕਲਦੀ ਆ। ਇੱਥੋਂ ਦੇ ਕਈ ਪਿੰਡ ਆ ਜਿੱਥੇ ਸ਼ਰਾਬ ਵੀ ਨਿਕਲਦੀ ਆ ਤੇ ਉਹ ਤਾਂ ਲੋਕ ਪੀਂਦੇ ਵੀ ਆ, ਪਰ ਬੁੱਧਵਾਰ ਨੂੰ ਕਿਹੋ ਜੀ ਸ਼ਰਾਬ ਨਿਕਲੀ ਆ, ਵੀਰਵਾਰ ਨੂੰ ਜਿਹੜੀ ਪੀਤੀ ਗਈ ਆ, ਪਰ ਉਹਦੇ ਨਾਲ ਬਹੁਤ ਜ਼ਿਆਦੀਆਂ ਮੌਤਾਂ ਹੋਈਆਂ ਵਾ। ਕੱਲੀ ਇੱਕ ਪਿੰਡ ਦੀ ਗੱਲ ਨਾ ਕਰੀਏ, ਜੇ ਪੰਡੋਰੀ ਗੋਲਾ ਦੇ ਵਿੱਚ ਉਹ ਸ਼ਰਾਬ ਵਿਕੀ ਆ ਤੇ ਕਿਤੇ ਨਾ ਕਿਤੇ ਉਹ ਦੂਜੇ ਸ਼ਹਿਰ ਤੇ ਜਾ ਕੇ, ਜੇ ਆਪਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਕਰਦੇ ਹਾਂ, ਮੁਛਲਾਂ ਦੇ ਵਿੱਚ ਵੀ ਉਹ ਵਾਰਦਾਤ ਹੋਈ ਆ। ਕੀ ਕਾਰਨ ਆ ਅਜੇ ਪਤਾ ਨਹੀਂ ਲੱਗ ਸਕਿਆ। ਪਾਰਟੀ ਤੌਰ ਤੇ ਇਸ ਟਾਈਮ ਤੇ ਅਕਾਲੀ ਦਲ ਵੱਲੋਂ ਇੱਥੇ ਵੀ ਪਹੁੰਚੇ ਹੈਗੇ ਨੁਮਾਇੰਦੇ, ਹੋਰ ਜਥੇਬੰਦੀਆਂ ਆਪਾਂ ਪਿੱਛੇ ਵੇਖ ਸਕਦੇ ਹਾਂ, ਤਸਵੀਰਾਂ ਬਿਆਨ ਕਰ ਰਹੀਆਂ, ਪਰ ਸਿੱਟਾ ਕੀ ਨਿਕਲੂਗਾ? ਕੀ ਸ਼ਰਾਬ ਤੇ ਪਾਬੰਦੀ ਲੱਗੂਗੀ? ਸ਼ਰਾਬ ਤੇ ਪਾਬੰਦੀ ਤੇ ਵੈਸੇ ਉਦੋਂ ਨਹੀਂ ਸੀ ਲੱਗੀ ਜਦੋਂ ਕਰੋਨਾ ਦੇ ਵਿੱਚ ਸਾਰੇ ਲੋਕ ਅੰਦਰ ਸੀ, ਠੇਕੇ ਉਦੋਂ ਵੀ ਖੁੱਲ੍ਹੇ ਸੀ, ਸ਼ਰਾਬ ਉਦੋਂ ਵੀ ਵਿਕੀ ਸੀ, ਸ਼ਾਇਦ ਉਹ ਠੇਕਿਆਂ ਤੇ ਵਿਕੀ ਸੀ। ਪਰ ਹੁਣ ਜਿਹੜੀ ਸ਼ਰਾਬ ਪਿੰਡਾਂ ਦੇ ਵਿੱਚ ਨਜਾਇਜ਼ ਵਿਕੀ ਆ, ਵੀਰ ਨੇ ਦੱਸਿਆ ਕਿ ਸ਼ਾਇਦ ਉਹ ਲੋਕ ਮਹੀਨਾ ਭਰਦੇ ਆ। ਮਹੀਨੇ ਭਰਨ ਦਾ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਪ੍ਰਸ਼ਾਸਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਪਹੁੰਚਦੇ ਕਰਦੇ ਦਿੱਤੇ ਜਾਂਦੇ ਆ, ਤੇ ਉਹਦੇ ਨਾਲ ਤੁਸੀਂ ਨਜਾਇਜ਼ ਧੰਦਾ ਕਰ ਸਕਦੇ ਹੋ। ਸਾਡੀਆਂ ਕਿੱਥੇ ਆ ਇੰਟੈਲੀਜੈਂਸੀਆਂ? ਸਾਡੇ ਕਿੱਥੇ ਆ CID ਵਾਲੇ ਆਫੀਸਰ ਸਾਹਿਬਾਨ? ਕੀ ਇਹਨਾਂ ਤੇ ਨਕੇਲ ਨਹੀਂ ਕੱਸੀ ਜਾ ਸਕਦੀ? ਜੇ UAPA ਦਾ ਪਤਾ ਲੱਗ ਸਕਦਾ, ਇੱਕ ਸਟੇਟਸ ਪਾਇਆ ਹੋਇਆ ਪਤਾ ਲੱਗ ਸਕਦਾ, ਇੱਕ ਲਾਈਕ ਕੀਤਾ ਹੋਇਆ ਬੰਦਾ ਫੜਿਆ ਜਾ ਸਕਦਾ, ਕਮੈਂਟ ਕੀਤਾ ਹੋਇਆ ਬੰਦਾ ਫੜਿਆ ਜਾ ਸਕਦਾ, ਤੇ ਸ਼ਰਾਬ ਦੇ ਤਸਕਰ ਕਿਉਂ ਨਹੀਂ ਫੜੇ ਜਾ ਰਹੇ? ਕੀ ਮੌਤਾਂ ਤੋਂ ਬਾਅਦ ਜਾਗਾਂਗੇ? ਇੱਕ ਪਾਸੇ ਕਰੋਨਾ ਦਾ ਕਹਿਰ, ਦੂਜੇ ਪਾਸੇ ਸ਼ਰਾਬ ਨੇ ਆਪਣਾ ਕਹਿਰ ਵਰਤਾ ਦਿੱਤਾ। ਮੈਨੂੰ ਲੱਗਦਾ ਉਨੀ ਤੇ ਕਰੋਨਾ ਨਾਲ ਮੌਤਾਂ 2 ਦਿਨ 'ਚ ਨਹੀਂ ਹੋਈਆਂ ਜਿੰਨੀਆਂ ਸ਼ਰਾਬ ਨਾਲ ਮੌਤਾਂ ਹੋ ਚੁੱਕੀਆਂ, ਤੇ ਲਗਾਤਾਰ ਜਾਰੀ ਆ। ਹੁਣੇ ਹੀ 2 ਮਿੰਟ ਪਹਿਲਾਂ ਹੀ ਇੱਕ ਡੈੱਡ ਬੋਡੀ ਇੱਥੋਂ ਗਈ ਆ। ਉਹਨਾਂ ਵੀਰਾਂ ਨਾਲ ਗੱਲ ਕੀਤੀ ਤੇ ਉਹਨਾਂ ਵੀ ਕਾਰਨ ਉਹ ਦੱਸਿਆ। ਅਜੇ ਪਤਾ ਨਹੀਂ ਕਿੰਨੀਆਂ ਮੌਤਾਂ ਹੋਰ ਹੋਣੀਆਂ। ਜ਼ਿੰਮੇਵਾਰ ਕੌਣ ਆ? ਅਸੀਂ ਆ, ਪਿੰਡਾਂ ਦੇ ਲੋਕ ਆ, ਪ੍ਰਸ਼ਾਸਨ ਆ, ਜਾਂ ਸਰਕਾਰ ਆ? ਸਾਰੇ ਸੁੱਤੇ ਆ। ਮੀਡੀਆ ਦਾ ਕੰਮ ਆਵਾਜ਼ ਪਹੁੰਚਾਉਣਾ। ਸਾਨੂੰ ਜਾਗਰੂਕ ਹੋਣਾ ਚਾਹੀਦਾ ਪਿੰਡਾਂ ਵਿੱਚ ਵੀ। ਕਿਉਂ ਨਹੀਂ ਪਹਿਲਾਂ ਇਹ ਜਾਣਕਾਰੀ ਦਿੱਤੀ ਗਈ? ਜੇ ਜਾਣਕਾਰੀ ਸੀ, ਪੁਖਤਾ ਸਬੂਤ ਸੀ ਪ੍ਰਸ਼ਾਸਨ ਦੇ ਕੋਲ, ਤੇ ਫਿਰ ਪੈਸੇ ਲੈ ਕੇ ਛੱਡਣ ਦਾ ਕੀ ਕਾਰਨ ਸੀ? ਇਹ ਸਾਰੇ ਸਵਾਲ ਖੜੇ ਕਰਦਾ। ਪਰ ਅੱਜ ਜਦੋਂ ਜ਼ਿੰਦਗੀਆਂ ਜਾ ਚੁੱਕੀਆਂ, ਅੱਜ ਮੌਤਾਂ ਹੋ ਚੁੱਕੀਆਂ, ਸ਼ਾਇਦ ਜਾਗੇ ਆ, ਸ਼ਾਇਦ ਜਾਗਿਆ ਪ੍ਰਸ਼ਾਸਨ, ਸ਼ਾਇਦ ਜਾਗੀਆਂ ਪਾਰਟੀਆਂ। ਤੇ ਅੱਜ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਥੋੜ੍ਹੀ ਦੇਰ ਤੱਕ ਵੱਡੇ ਅਹੁਦੇਦਾਰ ਵੀ ਪਹੁੰਚ ਰਹੇ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹੋਰ ਵੀ ਇੱਥੇ ਵਸਨੀਕ ਹੈਗੇ ਇਲਾਕੇ ਦੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਵੀਰ ਜੀ ਨਾਮ ਤੁਹਾਡਾ? ਗੁਰਅਵਤਾਰ ਸਿੰਘ। ਗੁਰਅਵਤਾਰ ਜੀ, ਕਿਹੜਾ ਪਿੰਡ ਆਪਣਾ? ਗੁਰੂ ਕੀ ਵਡਾਲੀ। ਤੁਸੀਂ ਇੱਥੇ ਵੈਸੇ ਆਏ ਜਾਂ ਕਿਸੇ? ਇਹ ਸਰ ਮੇਰੇ ਬ੍ਰਦਰ, ਉਹਨਾਂ ਦੇ ਸਾਰਾ। ਤੇ ਕੀ ਲੱਗਦਾ ਜਦੋਂ ਭਾਣਾ ਵਾਪਰਿਆ ਹੈਗਾ, ਇਹਦੇ ਪਿੱਛੇ ਕੀ ਕਾਰਨ ਸਮਝਦੇ? ਸਰ ਇਹ ਕਹਿਰ ਹੈ, ਕਰੋਨਾ ਨਾਲੋਂ ਵੱਡਾ ਕਹਿਰ ਹੈ ਜੀ। ਕਰੋਨਾ ਤੇ ਇੱਕ ਮਹਾਮਾਰੀ ਆਪਾਂ ਕਹਿ ਸਕਦੇ ਹਾਂ, ਪਰ ਸ਼ਰਾਬ ਬੜੇ ਚਿਰ ਤੋਂ, ਜੇ ਆਪਾਂ ਸਦੀਆਂ ਪੁਰਾਣੀ ਦੀ ਗੱਲ ਕਰਦੇ ਹਾਂ, ਸ਼ਰਾਬ ਵਿਕਦੀ ਆ, ਨਜਾਇਜ਼ ਵਿਕਦੀ ਆ, ਠੇਕਿਆਂ ਤੇ ਵਿਕਦੀ ਆ। ਪਰ ਇਹ ਜਿਹੜਾ ਕਹਿਰ ਵਰਤਿਆ 2-3 ਦਿਨ ਦੇ ਵਿੱਚ, ਜੇ ਆਪਾਂ ਇਕੱਲੇ ਤਰਨਤਾਰਨ ਦੀ ਗੱਲ ਨਾ ਕਰੀਏ, ਜੇ ਦੂਜੇ ਪਾਸੇ ਚੱਲਦੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਜੇ ਆਪਾਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰਦੇ ਹਾਂ, 21 ਦਿਨ 'ਚ ਕਿਹੋ ਜਿਹਾ ਕਹਿਰ ਸੀ? ਬਹੁਤ ਵੱਡਾ ਜੀ, ਮਹਾਰਾਜ ਦਾ ਭਾਣਾ। ਕਾਰਨ ਕੀ ਸਮਝਦੇ ਵੈਸੇ ਆਪਾਂ? ਕਾਰਨ ਸ਼ਰਾਬ ਦਾ ਹੀ ਹੈ ਜੀ, ਨਸ਼ੇ ਦਾ। ਲੱਗਦਾ ਨਹੀਂ ਤੁਹਾਨੂੰ ਕਿ ਨਸ਼ਾ ਤਸਕਰ ਹੈਵੀ ਆ? ਜੇ ਆਪਾਂ ਅਕਾਲੀ ਦਲ ਵੇਲੇ ਚਿੱਟੇ ਦੀਆਂ ਗੱਲਾਂ ਕਰਦੇ ਸੀ, ਚਿੱਟਾ ਵੀ ਲਗਾਤਾਰ ਹੁਣ ਹੀ ਵੇਖ ਰਿਹਾ। ਸੌਵਾਂ ਖਾਧੀਆਂ ਜਾਂਦੀਆਂ ਸਰਕਾਰਾਂ ਵੱਲੋਂ, ਸਰਕਾਰਾਂ ਆ ਜਾਂਦੀਆਂ, ਕਾਬਜ਼ ਹੋ ਜਾਂਦੀਆਂ, ਪਰ ਨਸ਼ਾ ਤਾਂ ਨਹੀਂ ਮਿਟਿਆ। ਜਾਨਾਂ ਚਿੱਟੇ ਨੇ ਵੀ ਲਈਆਂ, ਪਰ ਜਾਨਾਂ ਅੱਜ ਬਹੁਤ ਹੱਦ ਤੱਕ ਸ਼ਰਾਬ ਲੈ ਚੁੱਕੀ। ਹਾਂਜੀ ਸਰ, ਕਹਿੰਦੇ ਆ ਪਰ ਕੋਈ ਗੱਲ ਮੰਨਦਾ ਨਹੀਂ। ਕਹਿ ਜਾਂਦੇ ਆ ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ, ਪਰ ਕੁਝ ਨਹੀਂ ਹੁੰਦਾ। ਵੀਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਾਇਦ ਪਹਿਲਾਂ ਹੀ ਪਤਾ ਸੀ, ਮਹੀਨਾ ਲੈ ਕੇ ਛੱਡ ਦਿੱਤਾ ਜਾਂਦਾ। ਅਸੀਂ ਤਾਂ ਸਰ ਹੁਣ ਇੱਥੇ ਸਾਨੂੰ ਪਤਾ ਲੱਗਾ ਤਾਂ ਅਸੀਂ ਆਏ ਅਚਾਨਕ, ਫਿਰ ਰਾਤੀ ਨੇ ਦੱਸਿਆ ਵੀ ਡੈਥ ਹੋ ਗਈ, ਅਸੀਂ ਸਵੇਰੇ ਉਸੇ ਵੇਲੇ ਆ ਗਏ। ਪਰ ਜਦੋਂ ਪਰਿਵਾਰ ਦਾ ਮੈਂਬਰ ਚਲਾ ਜਾਂਦਾ, ਪੈਸੇ ਨਾਲ ਵਾਪਸ ਨਹੀਂ ਆਉਣਾ। ਪ੍ਰਸ਼ਾਸਨ ਨੂੰ ਵੀ ਲੱਗਦਾ ਕਿ ਸੁਧਰਨਾ ਚਾਹੀਦਾ। ਨਹੀਂ, ਇਹ ਤਾਂ ਗੱਲ ਹੈ ਵੀ ਸੋਚਣਾ ਚਾਹੀਦਾ। ਜੇ ਕਹਿੰਦੇ ਆ ਤਾਂ ਉਹਨਾਂ ਦੀ ਗੱਲ ਮੰਨਣੀ ਵੀ ਚਾਹੀਦੀ ਆ। ਜੇ ਆਪਾਂ ਕੁਝ ਕਿਹਾ ਵਾ, ਅਗਰ ਜੇ ਕਹੀਏ ਤਾਂ ਜੇ ਆਪਾਂ ਕਰਨਾ ਤੇ ਉਹਨੂੰ ਚੰਗਾ ਨਾ ਕਹੋ, ਜਵਾਬ ਦੇ ਦਿਓ ਵੀ ਨਹੀਂ। ਜੇ ਇਹਨਾਂ ਦੇ ਬੰਦੇ ਪੈਸੇ ਲੈ ਕੇ ਇਦਾਂ ਛੱਡੀ ਜਾਣਗੇ, ਫਿਰ ਕੋਈ ਫਾਇਦਾ ਨਹੀਂ। ਜੇ ਕਿਸੇ ਨੂੰ ਦੱਸਿਆ ਵੀ ਹੋਵੇ ਵੀ ਇੱਥੇ ਆਹ ਕੰਮ ਹੁੰਦਾ ਮਾੜਾ, ਤਾਂ ਉੱਥੇ ਜਾਣਗੇ, ਉੱਥੋਂ ਪੈਸੇ ਲੈ ਕੇ ਚੱਲ ਜਾਣ, ਫਿਰ ਮਜ਼ਾ ਨਹੀਂ ਨਾ। ਹੋਰ ਵੀ ਵੀਰ ਸਾਡੇ ਨਾਲ ਹੈਗੇ ਆ, ਨਾਮ ਪੁੱਛਦੇ ਆ। ਮੇਰਾ ਨਾਮ ਭਾਈ ਸਾਜਨ ਸਿੰਘ। ਕੇਸ ਜ਼ਰੂਰ ਕਵਰ ਕਰਕੇ ਰੱਖੋ, ਕਿਉਂਕਿ ਇੱਕ ਮਹਾਮਾਰੀ ਦੀ ਅਸੀਂ ਮਾਰ ਝੱਲ ਹੀ ਰਹੇ ਹਾਂ। ਪੰਜਾਬ ਦੀ ਜੇ ਗੱਲ ਕਰੀਏ ਜਾਂ ਪੂਰੀ ਦੁਨੀਆ ਦੀ ਗੱਲ ਕਰੀਏ, ਤੇ ਕਰੋਨਾ ਮਹਾਮਾਰੀ ਦੀ ਮਾਰ ਝੱਲ ਰਿਹਾ। ਪਰ ਜੋ ਝੰਜੋੜ ਕੇ ਰੱਖਤਾ, ਮੈਨੂੰ ਲੱਗਦਾ ਇੰਨੀ ਦਹਿਸ਼ਤ ਜਿਹੜੀ ਹੈਗੀ ਆ ਕਰੋਨਾ ਨੇ ਨਹੀਂ ਸੀ ਪਾਈ ਜਿੰਨੀ ਦਹਿਸ਼ਤ ਹੈ ਮੌਤਾਂ ਨੇ ਪਾ ਦਿੱਤੀ ਹੈ। ਕੇਵਲ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਨੇ, ਜਿਹੜੇ ਕਿ ਆਮ ਘਰਾਂ ਦੇ ਵਿੱਚ ਸ਼ਾਇਦ ਹੋ ਸਕਦਾ ਸ਼ਾਮ ਨੂੰ ਲੋਕ ਸ਼ਰਾਬ ਪੀ ਲੈਂਦੇ ਆ,
ਪਰ ਸ਼ਰਾਬ ਪੀਣ ਤੋਂ ਬਾਅਦ 'ਚ ਇੰਨੀਆਂ ਮੌਤਾਂ ਅਜੇ ਕਰੋਨਾ ਨਾਲ ਹੋਈਆਂ ਜਿੰਨੀ ਸ਼ਰਾਬ ਨਾਲ ਮੌਤਾਂ ਹੋ ਚੁੱਕੀਆਂ। ਵੀ ਇਹਦਾ ਨਾਮ ਪੁੱਛਦੇ ਆ, ਕੀ ਨਾਮ ਤੁਹਾਡਾ? ਮੇਰਾ ਨਾਮ ਸਾਜਨ ਸਿੰਘ। ਸਾਜਨ ਸਿੰਘ ਹਾਂਜੀ। ਕਿਹੜਾ ਪਿੰਡ ਆਪਣਾ? ਭਾਈ ਪਿੰਡ ਕੱਦਗਿੱਲ। ਕੱਦਗਿੱਲ। ਹਾਂਜੀ। ਕਿ ਤੁਹਾਡੇ ਮੈਂਬਰ ਕੌਣ ਸੀ ਪਰਿਵਾਰ ਦੇ ਜਿਹਦੀ ਡੈਥ ਹੋਈ? ਮੇਰੇ ਪਾਪਾ ਹੀ ਹਰਜਿੰਦਰ ਸਿੰਘ। ਹਾਂਜੀ। ਉਹਨਾਂ ਨੇ ਵੀਰਵਾਰ ਸ਼ਰਾਬ ਪੀਤੀ ਤੇ ਸ਼ੁੱਕਰਵਾਰ ਨਹੀਂ ਪੀਤੀ, ਤੇ ਸ਼ੁੱਕਰਵਾਰ 11 ਕੁ ਵਜੇ ਉਹਦੀ ਡੈਥ ਹੋ ਗਈ। ਤਰ੍ਹਾਂ ਤੜਫ ਕੇ ਮਰਿਆ ਉਹ। ਕਿੱਥੋਂ ਲਈ ਸੀ ਸ਼ਰਾਬ ਦੇ ਬਾਰੇ ਪਤਾ ਲੱਗਾ ਕੁਝ? ਨਹੀਂ ਭਾਈ। ਹਾਂਜੀ ਨਹੀਂ। ਕੋਈ ਆਈਡੀਆ ਲਾਗੇ ਪਿੰਡ 'ਚ ਜਾਂ ਕੱਦਗਿੱਲ ਪਿੰਡ ਦੇ ਵਿੱਚ ਸ਼ਰਾਬ ਵਿਕਦੀ? ਨਹੀਂ ਭਾਜੀ। ਪਤਾ ਨਹੀਂ ਸਾਰੇ ਰਕਸ਼ਾ ਵਾਉਂਦੇ ਸ਼ਹਿਰੋਂ ਕਿਤੋਂ ਪੀ ਕੇ ਪੂਕੇ ਗਏ ਆ। ਹਾਂਜੀ, ਸ਼ਹਿਰੋਂ ਕਿਤੇ ਪੀ ਕੇ ਗਏ, ਇਹ ਨਹੀਂ ਪਤਾ ਹੁਣ ਕਿੱਥੋਂ ਪੀਤੀ, ਆਪਾਂ ਕਿਸੇ ਦਾ ਨਾਂ ਨਹੀਂ ਲੈ ਸਕਦੇ। ਹਾਂਜੀ। ਗੋਲੇ ਕੀ ਪੰਡੋਰੀ ਸ਼ਰਾਬ ਉੱਥੇ ਮਿਲਦੀ ਆ। ਹਾਂਜੀ, ਤੇ ਗੋਲੇ ਕੀ ਪੰਡੋਰੀ ਸ਼ਰਾਬ ਵਿਕਦੀ ਉੱਥੋਂ ਜ਼ਿਆਦਾ ਰਕਸ਼ੇ ਵਾਲੇ ਜਿੰਨੇ ਵੀ ਆ ਨਾ, ਉੱਥੇ ਜਾ ਕੇ ਜ਼ਿਆਦਾ ਸ਼ਰਾਬ ਪੀਂਦੇ ਆ। ਕੱਦਗਿੱਲ 'ਚ ਨਹੀਂ ਕੱਢੀ ਜਾਂਦੀ ਨਜਾਇਜ਼ ਸ਼ਰਾਬ? ਨਹੀਂ, ਕੱਦਗਿੱਲ ਦਾ ਨਹੀਂ। ਹਾਂ, ਗੋਲੇ ਪੰਡੋਰੀ ਦੇ ਇਹ ਕੰਮ ਹੀ ਧੰਦਾ ਹੀ ਉੱਥੇ ਆ। ਹਾਂਜੀ। ਕੱਦਗਿੱਲ ਦਾ ਤੇ ਪੰਡੋਰਾ ਗੋਲੇ ਦਾ ਕਿੰਨਾ ਕੁ ਫਰਕ ਹੈਗਾ? 3 ਕਿਲੋਮੀਟਰ ਦਾ ਸਰ। ਹਾਂਜੀ ਹਾਂਜੀ। ਤੇ ਉਹਨਾਂ ਨੇ ਵੀਰਵਾਰ ਸ਼ਰਾਬ ਪੀਤੀ ਸੀ ਤੁਹਾਡੇ ਪਿੰਡ? ਹਾਂਜੀ ਭਾਈ, ਵੀਰਵਾਰ ਪੀਤੀ। ਹਾਂਜੀ। ਸਪਸ਼ਟ ਕੀ ਹੁੰਦਾ ਇੱਥੇ ਆਣ ਕੇ ਪਤਾ ਲੱਗਦਾ ਕਿ ਸ਼ਰਾਬ ਪੀਣ ਨਾਲ ਹੀ ਹੋਈ ਹੈ? ਹਾਂਜੀ। ਕੀ ਦੱਸਿਆ ਡਾਕਟਰ ਨੇ ਕਿ ਸ਼ਰਾਬ ਪੀਣ ਨਾਲ ਹੀ ਮੌਤ ਹੋਈ? ਹਾਂਜੀ ਭਾਈ ਹਾਂਜੀ, ਸ਼ੁੱਕਰਵਾਰ ਉਹ ਸਾਰੀ ਦਿਹਾੜੀ ਇਸ ਤਰ੍ਹਾਂ ਲੰਮੇ ਪਏ ਰਹੇ, ਤੜਫਦੇ ਰਹੇ ਸਾਰੀ। ਨਹੀਂ, ਮੇਰੇ ਮਤਲਬ ਪਿੰਡ ਦੇ ਵਿੱਚੋਂ ਹੀ ਆ ਇਹ। ਹਾਂਜੀ ਹਾਂਜੀ। ਕੱਦਗਿੱਲ ਪਿੰਡ ਦਾ ਹੋਰ ਵੀ ਹੋਇਆ ਕੋਈ ਹਾਦਸੇ ਦਾ ਸ਼ਿਕਾਰ ਜਾਂ ਤੁਹਾਡੇ ਪਾਪਾ ਜੀ? ਹਾਂਜੀ, ਮੇਰੇ ਪਾਪਾ ਹੀ ਗੱਲ। ਹਾਂਜੀ। ਪੰਡੋਰੀ ਗੋਲਾ ਦੀ ਜੇ ਪਿੰਡ ਦੀ ਗੱਲ ਕਰੀਏ, ਕਾਫੀ ਉੱਥੋਂ ਦੀ ਵੀ ਕਹਿੰਦੇ ਸੰਖਿਆ ਵੱਧ ਚੁੱਕੀ ਹੈ ਇਸ ਟਾਈਮ ਦੇ ਉੱਤੇ, ਕਈ ਮੌਤਾਂ ਹੋ ਚੁੱਕੀਆਂ। ਹਾਂਜੀ। ਸਾਰੇ ਆਉਣ ਹੀ ਦਏ ਆ ਸਾਰੇ ਇੱਥੇ, ਰਿਕਾਰਡ ਤੁਹਾਨੂੰ ਵੀ ਪਤਾ ਹੀ ਆ। ਪਿੰਡ ਇੱਥੇ ਜਿਹੜਾ ਪੰਡੋਰੀ ਗੋਲਾ ਦੀ ਗੱਲ ਕਰਦੇ, ਇੱਥੇ ਤੁਹਾਨੂੰ ਦਿਖਾ ਦਿੰਨੇ ਆ, ਲਿਸਟ ਹੈਗੀ ਆ। ਜੋ ਲਿਸਟ ਜ਼ਰੂਰ ਦਿਖਾ ਦਿਓ। ਕੱਦਗਿੱਲ ਤੋਂ ਕੇਵਲ ਪੰਡੋਰੀ ਗੋਲਾ ਦਾ 3 ਕਿਲੋਮੀਟਰ ਦਾ ਫਰਕ ਦੱਸਿਆ ਨੌਜਵਾਨ ਨੇ। ਇਹਦੇ ਪਿਤਾ ਜਾ ਚੁੱਕੇ ਇਸ ਦੁਨੀਆ ਤੋਂ। ਸ਼ਾਇਦ ਜੇ ਕਰੋਨਾ ਦੀ ਪ੍ਰੋਬਲਮ ਆ ਜਾਂਦੀ ਤੇ ਝੱਲ ਲੈਂਦੇ ਕਿ ਇਹ ਕਰੋਨਾ ਮਹਾਮਾਰੀ ਆ, ਪਿਤਾ ਜੀ ਦੀ ਮੌਤ ਹੋ ਚੁੱਕੀ ਆ ਕਰੋਨਾ ਮਹਾਮਾਰੀ ਕਾਰਨ, ਪਰ ਉਹਦਾ ਕਾਰਨ ਹੀ ਕੁਝ ਹੋਰ ਸੀ। ਇੱਥੇ ਤੇ ਸ਼ਰਾਬ ਮਾਫੀਆ ਨਿਕਲਿਆ ਅੱਗੇ। ਸ਼ਰਾਬ ਮਾਫੀਆ ਸ਼ਰਾਬ ਕਿੱਥੋਂ ਲੈ ਕੇ ਆਇਆ ਜਿਹੜੀ ਵੱਖੋ ਵੱਖਰੇ ਪਿੰਡਾਂ 'ਚ ਵਰਤਾਈ ਗਈ। ਇਕੱਲੇ ਤਰਨਤਾਰਨ ਦੀ ਗੱਲ ਨਾ ਕਰੀਏ, ਅੰਮ੍ਰਿਤਸਰ ਦੀ ਵੀ ਗੱਲ ਕਰਦੇ ਹਾਂ ਤੇ ਗੁਰਦਾਸਪੁਰ ਦੀ ਗੱਲ ਕਰਦੇ ਹਾਂ, ਕਈ ਹੱਦ ਤੱਕ ਮੌਤਾਂ ਹੋ ਚੁੱਕੀਆਂ। ਦਹਿਸ਼ਤ ਪੈ ਚੁੱਕੀ ਆ। ਸ਼ਰਾਬ ਇੱਕ ਧੰਦਾ ਬਣ ਚੁੱਕਾ। ਪਿੰਡਾਂ ਦੇ ਵਿੱਚ ਸ਼ਰਾਬ ਕੱਢੀ ਜਾਂਦੀ ਆ, ਉਹ ਪਿਆਲ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ 'ਚ ਬਹੁਤ ਜ਼ਿਆਦੀਆਂ ਮੌਤਾਂ ਹੋ ਚੁੱਕੀਆਂ। ਤਰਨਤਾਰਨ ਦੇ ਵਿੱਚ ਤਸਵੀਰਾਂ ਵੇਖ ਸਕਦੇ ਆ, ਬੜਾ ਵੱਡਾ ਇਕੱਠ ਇੱਥੇ ਦਿਖਾਈ ਦੇ ਰਿਹਾ। ਕੁਝ ਤੇ ਪਰਿਵਾਰਕ ਮੈਂਬਰ ਨਾਲ ਆਏ ਹੈਗੇ ਆ ਤੇ ਬਹੁਤਾਤ ਇਸ ਟਾਈਮ ਦੇ ਉੱਤੇ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼ਾਇਦ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਵੀ ਪਿੱਛੇ ਦਿਖਾਈ ਦੇ ਰਹੇ ਆ। ਸ਼ਾਇਦ ਅਸੀਂ ਜਾਗਦੇ ਹੀ ਉਦੋਂ ਆ ਜਦੋਂ ਸਾਡਾ ਹਾਦਸਾ ਹੋ ਜਾਂਦਾ। ਹਾਦਸੇ ਤੋਂ ਬਾਅਦ ਸਾਨੂੰ ਜਾਗ ਆਉਂਦੀ ਆ, ਪਰ ਉਹ ਜਾਗ ਕਿੰਨੇ ਦਿਨ ਦੀ ਹੁੰਦੀ ਆ? ਕੁਝ ਦਿਨਾਂ ਦੀ। ਸ਼ਾਇਦ ਜਿਹਦਾ ਪਿਤਾ ਜਾ ਚੁੱਕਾ ਜਾਂ ਜਿਹਦਾ ਭਰਾ ਜਾ ਚੁੱਕਾ, ਉਹਦੇ ਵਾਸਤੇ ਸਦਾ ਵਾਸਤੇ ਯਾਦ ਹੈਗੀ ਆ, ਪਰ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੇ ਜਾਂ ਸਾਡੇ ਲੀਡਰ ਸਾਹਿਬਾਨ ਨੂੰ ਕੇਵਲ ਕੁਝ ਦਿਨਾਂ ਦੀ ਯਾਦ ਆ। ਅਸੀਂ ਰੋਟੀਆਂ ਸੇਕਣੀਆਂ ਆਪਣੀਆਂ ਤੇ ਉਸ ਤੋਂ ਬਾਅਦ 'ਚ ਘਰਾਂ ਨੂੰ ਚਲੇ ਜਾਣਾ, ਬਿਆਨਬਾਜ਼ੀ ਦਾਗਣੀ ਆ। ਸ਼ਾਇਦ ਇਹ 'ਤੇ ਕਾਰਵਾਈ ਹੋਊਗੀ, ਕਿਉਂਕਿ 47 ਤੋਂ ਬਾਅਦ 'ਚ ਆਜ਼ਾਦ ਹੋਏ ਨੂੰ ਮੁਲਕ ਕਿੰਨਾ ਚਿਰ ਹੋ ਗਿਆ। ਪਰ ਤਰਾਸਦੀ ਸਾਡੀ ਇਹ ਆ ਕਿ ਨਾ ਤੇ ਅਸੀਂ ਮਹਾਮਾਰੀ ਦਾ ਮੁਕਾਬਲਾ ਕਰਨ ਜੋਗੇ ਆ ਤੇ ਨਾ ਅਸੀਂ ਉਹ ਨਜਾਇਜ਼ ਫੜ ਸਕਦੇ ਹਾਂ ਕਿਸੇ ਨੂੰ ਜਿਹੜਾ ਕਿ ਇਹੋ ਜਿਹੀ ਸ਼ਰਾਬ ਪਿੰਡਾਂ ਦੇ ਵਿੱਚ ਵਰਤਾ ਰਿਹਾ। ਨਾ ਅਜੇ ਚਿੱਟੇ ਦੇ ਤਸਕਰ ਫੜੇ ਗਏ, ਪਿੰਡਾਂ ਦੇ ਵਿੱਚ ਅਜੇ ਵੀ ਨਜਾਇਜ਼ ਚੱਲ ਰਿਹਾ। ਕੁਝ ਦਿਨ ਪਹਿਲਾਂ ਅਕਾਲ ਚੰਦ ਦੇ ਮਾਧਿਅਮ ਨਾਲ ਤੁਸੀਂ ਰਿਪੋਰਟ ਦੇਖੀ ਸੀ, ਇੱਕ ਅੰਮ੍ਰਿਤਸਰ ਦਾ ਨੌਜਵਾਨ ਜਿਹਨੇ ਆਪ ਆਣ ਕੇ ਦੱਸਿਆ ਸੀ ਕਿ ਮੈਂ ਨਸ਼ਾ ਕਰਦਾ ਸੀ, ਪਰ ਹੁਣ ਮੈਨੂੰ ਨਸ਼ਾ ਹੋਰ ਪਾਸਿਓਂ ਲਾ ਦਿੱਤਾ ਗਿਆ। ਇਹ ਤਰਾਸਦੀ ਆ ਸਾਡੀ ਨੌਜਵਾਨੀ ਦੀ, ਇਹ ਤਰਾਸਦੀ ਆ ਪੰਜਾਬ ਦੀ। ਦੇਖਦੇ ਹਾਂ ਪਾਰਟੀਆਂ ਨੇ ਇੱਥੇ ਪਹੁੰਚਣਾ ਹੈਗਾ ਵਾ, ਕਿਹੋ ਜਿਹੇ ਫੈਸਲੇ ਲਏ ਜਾਂਦੇ ਆ, ਕਾਂਗਰਸ ਸਰਕਾਰ ਵੱਲੋਂ ਕਿਹੋ ਜਿਹਾ ਫੈਸਲਾ ਲਿਆ ਜਾਂਦਾ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਚੁੱਕਾ, ਇੱਕ ਵੱਡਾ ਬਿਆਨ ਉਹਨਾਂ ਦਾ ਕਿ ਇੱਥੇ ਪੈਰਵਾਈ ਹੋਣੀ ਚਾਹੀਦੀ ਆ। ਕਿਹੋ ਜਿਹੀ ਪੈਰਵਾਈ ਹੁੰਦੀ ਆਪਾਂ ਉਹ ਵੇਖਦੇ ਹਾਂ। ਵੀਰ ਸ਼ਾਇਦ ਲਿਸਟ ਲੈ ਕੇ ਆਇਆ ਉੱਥੋਂ ਦੀ। ਇਹ ਕਿੱਥੋਂ ਦੇ ਜੀ? ਆ ਲਿਖਿਆ ਸਰ ਤੁਹਾਡੇ ਸਾਹਮਣੇ। ਇੱਕ ਕੱਦਗਿੱਲ ਦਾ ਜੀ, ਹਰਜਿੰਦਰ ਸਿੰਘ, ਚਰਨ ਸਿੰਘ ਕੱਦਗਿੱਲ, ਦਰਸ਼ਨ ਸਿੰਘ, ਜਗਤਾਰ ਸਿੰਘ ਨਾਨਕਸਰ ਮਹੱਲੇ ਦਾ ਜੀ ਤਰਨਤਾਰਨ ਤੋਂ, ਕੁਲਵੰਤ ਸਿੰਘ, ਜਰਨੈਲ ਸਿੰਘ ਇਹ ਵੀ ਨਾਨਕਸਰ ਮਹੱਲੇ ਤਰਨਤਾਰਨ ਤੋਂ ਜੀ, ਪ੍ਰਕਾਸ਼ ਸਿੰਘ, ਕੁੰਦਨ ਸਿੰਘ ਇਹ ਪਿੰਡ ਭੁੱਲਰ ਤੋਂ ਆ, ਲਖਵਿੰਦਰ ਸਿੰਘ, ਲੱਖਣ ਸਿੰਘ ਇਹ ਕੰਗਾ ਤੋਂ ਆ, ਦਾਰਾ ਸਿੰਘ ਜੀ ਗੋਕਲ ਮਹੱਲੇ ਤਰਨਤਾਰਨ ਤੋਂ। ਕੋਲ ਸਰ ਜਾ ਚੁੱਕੀਆਂ ਲਾਸ਼ਾਂ ਵਿੱਚੋਂ 6 ਮੈਂਬਰਾਂ ਤੋਂ ਲਿਸਟ। ਪੰਡੋਰੀ ਗੋਲਾ ਦੀ ਕਹਿ ਰਹੇ ਕਿ ਵੱਡੀ ਲਿਸਟ ਸਾਹਮਣੇ ਆ ਚੁੱਕੀ ਹੈ। ਹਾਂਜੀ, ਪੰਡੋਰੀ ਗੋਲਾ 'ਚ 6-7 ਮੌਤਾਂ ਹੋ ਚੁੱਕੀਆਂ ਜੀ। ਜੇ ਆਪਾਂ 6 ਲਾਈਏ 7 ਤੇ 12-13 ਮੈਂਬਰ ਹੀ ਬਣਦੇ। ਹਾਂਜੀ, ਸਰਕਾਰ ਹੋ ਚੁੱਕਿਆ ਇਸ ਟਾਈਮ
63 ਮੌਤਾਂ ਦੀ ਖਬਰ ਆ ਰਹੀ ਹੈ ਜੀ ਹੁਣ ਤਰਨਤਾਰਨ ਚ 63 ਮੌਤਾਂ ਦੀਆਂ ਜੀ 26 ਮੌਤਾਂ ਦੇ ਔਨ ਰਿਕਾਰਡ ਹੋ ਗਿਆ ਨਾ। ਨੌਜਵਾਨ ਪੀੜ੍ਹੀ ਹੋ ਤੁਸੀਂ, ਅਸੀਂ ਚਿੱਟੇ ਦੀ ਮਾਰ ਜੇ ਚੱਲ ਰਹੇ ਆ, ਸਰਕਾਰਾਂ ਬਦਲ ਵੀ ਜਾਂਦੀਆਂ, ਚਿੱਟਾ ਅਜੇ ਵੀ ਵਿਕ ਰਿਹਾ, ਨਸ਼ਾ ਅਜੇ ਵੀ ਵਿਕ ਰਿਹਾ। ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਤੇ ਇਸ ਟਾਈਮ ਤਬਾਹੀ ਮਚਾ ਦਿੱਤੀ ਆ, ਕਰੋਨਾ ਤੋਂ ਬਾਅਦ 'ਚ ਇੱਕ ਵੱਡਾ ਕਹਿਰ ਵਾਪਰਿਆ, ਕਿਉਂਕਿ ਇੰਨੀਆਂ ਮੌਤਾਂ ਕਰੋਨਾ ਨਾਲ ਨਹੀਂ ਹੋਈਆਂ ਅਜੇ ਤੱਕ ਇੱਕ ਦਿਨ ਦੇ ਵਿੱਚ ਜਿੰਨੀਆਂ ਮੌਤਾਂ ਸ਼ਰਾਬ ਨਾਲ ਹੋਈਆਂ। ਸਰ ਸ਼ਰਾਬ ਇੱਥੇ ਹੁਣ ਹਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪਤਾ ਵਾ ਕਿ ਪੰਡੋਰੀ ਗੁੱਲ ਆ ਜਿਹੜਾ ਪਿੰਡ ਆ ਇਹ ਸ਼ਰਾਬ ਦਾ ਗੜ੍ਹ ਵਾ। ਹਰ ਕਿਸੇ ਨੂੰ ਪਤਾ, ਇੱਥੇ ਲਾਗੇ ਪਿੰਡਾਂ ਤੋਂ ਸਾਰੇ ਲੋਕ ਉੱਥੇ ਆਉਂਦੇ ਪੀਣ। ਕਿ ਸਰਕਾਰ ਨੂੰ ਪਤਾ ਨਹੀਂ, ਪੁਲਿਸ ਨੂੰ ਪਤਾ। ਪੁਲਿਸ ਨੇ ਹੁਣ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਆ ਕਿ ਇੱਕ ਭੁੱਲਰਾਂ ਤੋਂ 250 ਲੀਟਰ ਲਾਹਣ ਫੜੀ ਆ, ਅਗਲੇ ਦਿਨ ਬੰਦਾ ਛੱਡ ਵੀ ਦਿੱਤਾ। ਕੁਛ ਨਹੀਂ ਹੋਇਆ, ਕੋਈ ਪਰਚਾ ਨਹੀਂ ਆਇਆ, ਕੋਈ ਕੁਛ ਨਹੀਂ ਹੋਇਆ। ਸਰਕਾਰ ਸਭ ਕੁਝ ਕਰ ਰਹੀ ਹੈ ਜੀ, ਸਰਕਾਰ ਦੇ ਨੁਮਾਇੰਦੇ ਕਰ ਰਹੇ ਆ। ਹੁਣ ਇੱਥੇ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਹੀ ਹੋਣਾ ਕਿ ਰਮਨਜੀਤ ਸਿੱਕੀ ਦਾ ਪੀਏ ਦਾ ਬੰਦਾ ਆਣ ਕੇ ਸਾਡੇ ਗੱਲ ਪੈ ਰਿਹਾ, ਆਪਣੀ ਲਾਸ਼ ਚੁੱਕ ਕੇ ਲੈ ਜਾਓ ਨਹੀਂ ਤਾਂ ਤੁਹਾਡੇ ਤੇ ਪਰਚਾ ਕਰ ਦੇਣਾ, ਨਹੀਂ ਆਇਆ ਕਰ ਦੇਣਾ, ਤੇ ਧਮਕੀਆਂ ਦੇ ਰਿਹਾ ਸਾਨੂੰ। ਸਿੱਕੀ ਕੌਣ ਹੈਗੇ? ਰਮਨਜੀਤ ਸਿੱਕੀ ਸਾਡਾ ਮੌਜੂਦਾ ਖਡੂਰ ਸਾਹਿਬ ਦਾ ਐਮਐਲਏ। ਹਾਂਜੀ, ਉਹ ਕਿਉਂ ਕਹਿ ਰਹੇ ਕਿ ਲਾਸ਼ ਚੁੱਕ? ਉਹਦਾ ਪੀਏ ਆ ਜਰਮਨ ਕੰਗਾ ਦਾ, ਉਹ ਇੱਥੇ ਆਏ, ਉਹਦੇ ਆਪਣੇ ਬੰਦੇ ਭੇਜੇ ਆਣ ਕੇ ਕਹਿ ਰਹੇ ਵੀ ਆਪਣੀ ਲਾਸ਼ ਲੈ ਜਾਓ, ਤੁਸੀਂ ਡਰਾਮਾ ਨਾ ਕਰੋ, ਵੀ ਡਰਾਮਾ ਕਰ ਰਿਹਾ ਤੁਸੀਂ ਇੱਥੇ। ਕਾਰਨ ਅਜੇ ਵੀ ਲੱਗਦਾ ਕਿ ਡਰਾਮਾ ਹੀ ਹੋ। ਹਾਂਜੀ, ਕਿਉਂਕਿ ਉਹਨਾਂ ਵਾਸਤੇ ਹਮੇਸ਼ਾ ਡਰਾਮੇ ਹੁੰਦੇ ਆ, ਜਿਹਨਾਂ ਡਰਾਮੇ ਆਪ ਕਰਨੇ ਉਹਨਾਂ ਵਾਸਤੇ ਵੀ ਡਰਾਮੇ ਲੱਗਦੇ। ਬਿਲਕੁਲ ਜੀ ਬਿਲਕੁਲ। ਮੌਤ ਹੋ ਜਾਣੀ ਡਰਾਮਾ ਹੀ ਕਿਹਾ। ਹਾਂਜੀ, ਤੇ ਉਹ ਉਹਨਾਂ ਨੂੰ ਹੁਣ ਮੁਲਾਜ਼ਮ ਲੈ ਤੇ ਗਏ, ਦੇਖੋ ਕੋਈ ਕਾਰਵਾਈ ਕਰਦੇ ਕਿ ਨਹੀਂ ਕਰਦੇ, ਹੁਣ ਇਹਦੇ ਬਾਰੇ ਕੋਈ ਪਤਾ ਨਹੀਂ। ਸੁਣ ਸਕਦੇ ਆ ਕਿ ਐਮਐਲਏ ਸਾਹਿਬਾਨ ਦਾ ਪੀਏ ਸਾਹਿਬਾਨ ਆਉਂਦੇ ਆ ਤੇ ਉਹ ਕਹਿੰਦੇ ਕਿ ਇੱਥੇ ਡਰਾਮਾ ਨਾ ਕਰੋ। ਪਰਿਵਾਰਾਂ ਦੇ ਹਾਲਾਤ ਵੇਖ ਸਕਦੇ ਆ, ਮਾਤਾ ਦਾ ਰੋਣ ਵੇਖ ਸਕਦੇ ਆ, ਬੱਚੇ ਦੀਆਂ ਅੱਖਾਂ 'ਚ ਹੰਝੂ ਵੇਖ ਸਕਦੇ। ਜਿਹਦਾ ਪਿਤਾ ਚਲ ਗਿਆ, ਜਿਹਦੇ ਸਿਰ ਦਾ ਸਾਈਂ ਚਲੇ ਗਿਆ, ਜਾਂ ਜਿਹਦਾ ਭਰਾ ਚਲ ਗਿਆ, ਸ਼ਾਇਦ ਉਹ ਹੀ ਇਹਦੇ ਬਾਰੇ ਦੱਸ ਸਕਦਾ ਕਿ ਸ਼ਰਾਬ ਕਿੱਡੀ ਕੁ ਮਾੜੀ ਚੀਜ਼ ਆ। ਜੇ ਬਿਹਾਰ ਵਰਗਾ ਸੂਬਾ ਇਹਨਾਂ ਨਸ਼ਿਆਂ 'ਤੇ ਪਾਬੰਦੀ ਲਾ ਸਕਦਾ ਤੇ ਪੰਜਾਬ ਜਿੱਥੇ ਕਿ 5 ਦਰਿਆਵਾਂ ਦੀ ਧਰਤੀ, ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ, ਇੱਥੇ ਕਿਉਂ ਨਹੀਂ ਨਸ਼ਿਆਂ ਨੂੰ ਦੂਰ ਕੀਤਾ ਜਾ ਸਕਦਾ? ਅੰਦਾਜ਼ਾ ਆਪਾਂ ਲਾ ਹੀ ਸਕਦੇ ਹਾਂ ਕਿ ਵੀਰ ਨੇ ਹੁਣੀ ਦੱਸਿਆ ਕਿ ਇੱਥੇ ਐਮਐਲਏ ਸਾਹਿਬਾਨ ਦਾ ਪੀਏ ਆਉਂਦਾ ਤੇ ਉਹ ਕਹਿੰਦਾ ਕਿ ਤੁਸੀਂ ਇੱਕ ਡਰਾਮਾ ਕਰ ਰਹੇ ਹੋ। ਉਹ ਡਰਾਮਾ ਕਿਹੜਾ ਸੀ? ਕਿਸੇ ਦੀ ਮੌਤ ਹੋ ਜਾਂਦੀ ਆ, ਇਹ ਡਰਾਮਾ ਕਿਹਾ ਜਾ ਰਿਹਾ ਇਹਨਾਂ ਵੱਲੋਂ। ਵੇਖ ਸਕਦੇ ਹਾਂ ਲਾਸ਼ਾਂ ਸ਼ਾਇਦ ਇਹ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ ਲੋਕ, ਇੱਥੋਂ ਲਾਸ਼ਾਂ ਲੈ ਕੇ ਪਿੰਡਾਂ ਦੇ ਵਿੱਚ ਜਾ ਰਹੇ ਆ। ਤੁਹਾਡੇ ਸਾਹਮਣੇ ਆਏ ਵਰਤਾਂਤ ਤਰਨਤਾਰਨ ਦੇ, ਇਹ ਪੋਸਟਮਾਰਟਮ ਵਿਭਾਗ ਜਿਹੜਾ ਕਿ ਤਰਨਤਾਰਨ ਸਿਵਲ ਹਸਪਤਾਲ ਦੇ ਵਿੱਚ ਆ। ਵੇਖ ਸਕਦੇ ਆ ਕੀ ਹਾਲਾਤ ਹੈ ਇੱਥੇ। ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲੇ ਗਏ ਹੋਣਗੇ ਉਹਨਾਂ ਦਾ ਦੁੱਖਾਂ ਦਾ ਪਹਾੜ ਟੁੱਟ ਚੁੱਕਾ, ਪਰ ਸਰਕਾਰਾਂ ਦੀ ਨੀਂਦ ਕਦੋਂ ਖੁੱਲ੍ਹਣੀ ਹੈ? ਕੀ ਲੱਗਦਾ ਤੁਹਾਨੂੰ ਕਿ ਸਰਕਾਰਾਂ ਜਾਗਣਗੀਆਂ? ਕਿਤੇ ਚਿੱਟੇ ਦਾ ਰੌਲਾ ਪਿਆ ਸੀ, ਕਿਤੇ ਹੋਰ ਨਸ਼ਿਆਂ ਦਾ ਰੌਲਾ ਪਿਆ, ਤੇ ਹੁਣ ਸ਼ਰਾਬ ਦਾ ਪੂਰਾ, ਜੇ ਦੇਸ਼ ਦੀ ਗੱਲ ਕਰਦੇ ਝੰਜੋੜਿਆ ਹੋਇਆ ਵਾ। ਜੇ ਆਪਾਂ ਪੂਰੀ ਦੁਨੀਆ ਦੀ ਗੱਲ ਕਰਦੇ ਹਾਂ, ਕਰੋਨਾ ਨਾਲ ਝੰਜੋੜਿਆ, ਪਰ ਪੰਜਾਬ ਨੂੰ ਇਸ ਟਾਈਮ ਤੇ ਝੰਜੋੜ ਕੇ ਰੱਖ ਦਿੱਤਾ ਸ਼ਰਾਬ ਨੇ। ਨਜਾਇਜ਼ ਸ਼ਰਾਬ ਵਿਕਦੀ ਆ, ਉਹ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ ਰੇਖ ਦੇ ਵਿੱਚ। ਸ਼ਾਇਦ ਮਹੀਨਾ ਲੈ ਕੇ ਛੱਡ ਦਿੱਤਾ ਜਾਂਦਾ ਵਾ। ਇਹ ਵੀ ਸ਼ਾਇਦ ਸ਼ਰਾਬ ਦੇ ਨਾਲ ਹੋਈ ਮੌਤ ਆ ਜੀ। ਕੀ ਨਾਮ ਤੁਹਾਡਾ? ਕੁਲਵਿੰਦਰ ਕੌਰ। ਕਿਹੜਾ ਪਿੰਡ ਆਪਣਾ? ਕੰਗ। ਹਾਂਜੀ। ਕਦੋਂ ਮੌਤ ਹੋਈ ਇਹਨਾਂ ਦੀ? ਇਹਨਾਂ ਦੀ 4 ਵਜੇ ਢਿੱਲੇ, ਸ਼ਾਮੀ 5 ਵਜੇ ਕੱਲ ਦੀ। ਹਾਂਜੀ। ਹੁਣ ਲੈ ਕੇ ਚੱਲੇ ਤੁਸੀਂ ਵਾਪਸ? ਹਾਂਜੀ ਕੱਲ ਦੇ। ਹਾਂਜੀ। ਹੋ ਗਿਆ ਕਿ ਸ਼ਰਾਬ ਨਾਲ ਹੀ ਹੋਈ ਹੈ ਮੌਤ? ਨਹੀਂ ਜੀ, ਸ਼ਰਾਬ ਨਹੀਂ ਹੋਈ ਹੈ, ਸ਼ਰਾਬ ਨਹੀਂ ਹੋਈ ਹੈ, ਨਕੋਲ ਪੀਤੀ ਹੈ, ਨਕੋਲ ਨਹੀਂ ਹੋ ਗਿਆ। ਨਿੱਕੇ ਨਿੱਕੇ ਬੱਚੇ ਆ, 2 ਗੁੱਡੀਆਂ ਵਾ, ਇੱਕ ਕਾਕਾ ਵਾ। ਹੋ ਗਈ ਹਣੀ ਹੋਣੀ ਹੋ ਗਏ। ਮੇਰੇ ਭਤੀਜਾ ਵਾ। ਹਾਂਜੀ। ਮਾਤਾ ਜੀ ਹਾਂਜੀ, ਇਹ ਕੀ ਲੱਗਦੇ ਨੇ? ਇਹ ਘਰ ਦੀ ਆ। ਹਾਂਜੀ, ਇਹ ਘਰ ਵਾਲੀ ਆ, 2 ਗੁੱਡੀਆਂ ਵਾ, ਇੱਕ ਕਾਕਾ ਵਾ, ਤੇ ਪਿਓ ਵੀ ਇਹਦਾ ਮਰ ਗਿਆ ਤੇ ਇਹ ਵੀ ਮਰ ਗਿਆ। ਰਹਿ ਕੋਈ ਨਹੀਂ ਗਿਆ ਮਗਰ ਕਮਾਈ ਵਾਲਾ। ਕੀ ਕਰਦੇ ਸੀ? ਇਹ ਦਿਹਾੜੀ ਦਾ ਪਏ ਜੀ, ਮਾਥੜ ਬੰਦੇ ਆ, ਦਿਹਾੜੀ ਦਾ ਪਾਈ ਕਰਨ ਦੇ। ਸੱਸ ਮੇਰੀ ਉਹ ਵੀ ਮੰਜੀ ਤੇ ਬਿਮਾਰ ਪਈ ਆ। ਮੈਂ ਦੋਵੇਂ ਜੀ ਕਮਾਈ ਕਰਦੇ ਹਾਂ। ਏਦਾਂ ਝੋਨਾ ਦਿਹਾੜੀ ਦੱਪਾ ਜਿਹੜੇ ਵੀ ਆਖਣਾ ਕੰਮ ਕਰਦੇ ਚੱਲ ਜਾਣਾ, ਘਰ ਦਾ ਖਰਚਾ ਚਲਾਉਂਦੇ ਆ ਦੋਵੇਂ ਜਣੇ। ਰੋਟੀ ਘਰ ਦੀ ਚਲਾਉਂਦੇ। ਸ਼ਰਾਬ ਪੀਤੀ ਸੀ ਕਿ ਦੂਰੋਂ ਨੇੜੋਂ ਲੈ ਕੇ ਪੀਤੀ? ਕੋ ਪਤਾ ਲੱਗਾ ਇਹਦੇ ਬਾਰੇ? ਏਦਾਂ ਲਾਗੋਂ ਬੰਨਿਓ ਵੀਰਾ ਪੀ ਜਾਂਦਾ ਸੀ, ਕਦੀ ਬਾਹਰੋਂ ਕਦੀ। ਪਿੰਡ 'ਚ ਸ਼ਰਾਬ ਵਿਕਦੀ ਆ ਜੀ, ਬਹੁਤ ਜ਼ਿਆਦਾ ਕੰਗ ਪਿੰਡ ਦੇ ਵਿੱਚ ਸ਼ਰਾਬ ਵਿਕਦੀ ਆ, ਜੇ ਉੱਥੋਂ ਪੀਤੀ ਇਹਨੇ ਸ਼ਰਾਬ। ਨਾ ਜੀ, ਨਹੀਂ ਮਹਾਰਾਜ, ਨਹੀਂ ਕੋਈ ਨਹੀਂ ਹੋਇਆ ਅਜੇ ਤੱਕ।
ਹੁਣ ਕਿਸੇ ਨੂੰ ਫੜਿਆ ਗਿਆ ਉਹ ਪਿੰਡ ਦੇ ਕਿਸੇ ਨੂੰ? ਨਾ ਅਜੇ ਤੱਕ ਕੋਈ ਨਹੀਂ। 8ਵੀਂ ਮੌਤ ਵਾਏ ਕੰਗ ਪਿੰਡ ਦੇ ਵਿੱਚ ਬੰਦਿਆਂ ਦੀ ਸ਼ਰਾਬ ਨਾਲ ਹੀ ਮਰ ਗਏ ਆ 8 ਜਣੇ। ਅਜੇ ਤੀਕਰ ਨਹੀਂ ਇਹਨਾਂ ਨੂੰ ਫੜਿਆ ਨਾ ਕੋਈ ਯਾਰਾਂ ਦੇ ਘਰੇ ਜਾਂਦਾ ਯੂ ਵੀ ਤੁਸੀਂ ਕਿਉਂ ਵੇਚਦੇ ਜੇ ਮਰਦੇ ਜਾਂਦੇ ਨਾ ਪਤਾ ਵੀਰਾ ਮੈਨੂੰ। ਹਾਂਜੀ ਪਿੰਡ ਤੇ ਆ, ਪਿੰਡ ਦੇ ਆ। ਮੈਂ ਹੱਥ ਜੋੜ ਆਉਣੀ ਆ, ਜੇ ਉਹ ਸ਼ਦਾਈ ਹੋ ਗਿਆ ਤੁਸੀਂ ਨਾ ਬਣੋ, ਤੁਸੀਂ ਨਾ ਪਿਆਓ ਚੋਰੀ। ਪੈਸਿਆਂ ਦਾ ਲਾਲਚ ਵਾਜੀ ਉਹਨਾਂ ਨੇ ਪਿਉਣੀ ਆ, ਇਹਨਾਂ ਨੂੰ ਪੈਸਿਆਂ ਦੀ ਲਾਲਚ ਉਹਨਾਂ ਨੇ ਪਿਉਣੀ ਆ। ਇਹ ਗਿਆ ਤੇ ਉਹਨਾਂ ਨੇ ਪੈਸੇ ਲੈਣੇ, ਉਹਨਾਂ ਪੈਸੇ ਲੈ ਕੇ ਤੇ ਉਹਨਾਂ ਨਕੋਲ ਦੀ ਗਲਾਸੀ ਦੇ ਦਿੱਤੀ। ਉਹ ਗਲਾਸੀ ਨਕੋਲ ਦੀ ਪੀਤੀ ਆ ਤੇ ਉਹ ਗਲਾਸੀ ਲੈ ਕੇ ਬਹਿ ਗਈ ਆ। ਜਦੋਂ ਇਹ ਢਿੱਲਾ ਗਿਆ ਪੀੜਾਂ ਦਾ, ਮੇਰੇ ਪੀੜ ਹੋਣ ਡਿਆ ਵੀ ਮੁੜ ਕੇ ਇੱਥੇ ਲੈ ਆਂਦਾ ਇਹਨੂੰ, ਇੱਥੇ ਆਉਂਦਾ ਹੀ ਮੁੱਕ ਗਿਆ। ਪਰਿਵਾਰ ਦੇ ਹਾਲਾਤ ਵੇਖ ਸਕਦੇ ਆ। ਦਿਹਾੜੀ ਕਰਨ ਵਾਲਾ ਪਰਿਵਾਰ ਆ। ਉਹ ਭੈਣ ਵੀ ਜਿਹੜੀ ਨਾਲ ਬੈਠੀ ਆ, ਉਹਨਾਂ ਦੀ ਧਰਮ ਪਤਨੀ ਜਿਹਦੀ ਮੌਤ ਹੋ ਚੁੱਕੀ, ਨੇ ਦੱਸਿਆ ਕਿ ਘਰਾਂ ਦਾ ਕੰਮਕਾਰ ਕਰਕੇ ਆਪਣਾ ਗੁਜ਼ਾਰਾ ਕਰਦੇ ਸੀ। ਮੌਤ ਕਿਸ ਤਰ੍ਹਾਂ ਹੁੰਦੀ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ। ਤੇ ਵੇਚਦਾ ਕੌਣ ਆ? ਪਿੰਡ ਦਾ ਹੀ। ਜਦੋਂ ਨਾਮ ਦੱਸਿਆ ਜਾਂਦਾ ਪ੍ਰਸ਼ਾਸਨ ਕੁਝ ਨਹੀਂ ਕਰਦਾ, ਚੁੱਪ ਆ। ਸ਼ਾਇਦ UAPA ਉੱਤੇ ਭੱਬਾਂ ਭਾਰ ਹੈਗਾ ਪ੍ਰਸ਼ਾਸਨ। ਤੁਸੀਂ ਇੱਕ ਮੈਸੇਜ ਕਰਕੇ ਤਾਂ ਦੇਖੋ ਫੇਸਬੁੱਕ ਤੇ, ਤੁਹਾਨੂੰ ਚੁੱਕ ਲਿਆ ਜਾਂਦਾ। ਪਰ ਇਹ ਮੌਤਾਂ ਦਾ ਜ਼ਿੰਮੇਵਾਰ ਕੌਣ ਆ? ਇਹ ਮੌਤਾਂ ਦਾ ਜ਼ਿੰਮੇਵਾਰ ਕੌਣ ਆ? ਸ਼ਾਇਦ ਕਿਸੇ ਹੱਦ ਤੱਕ ਪ੍ਰਸ਼ਾਸਨ ਜ਼ਿੰਮੇਵਾਰ ਕਹਿ ਸਕਦੇ ਆ। ਜੇ ਪਿੰਡ ਕੰਗ ਦੀ ਗੱਲ ਕਰਦੇ ਆ ਜਾਂ ਦੂਜੇ ਪਿੰਡਾਂ ਦੀ ਗੱਲ ਕਰਦੇ ਆ, ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਹੀ ਸ਼ਰਾਬ ਸੀ, ਪਿੰਡ ਦੇ ਵਿੱਚ ਅਲਕੋਹਲ ਵਿਕੀ, ਉਸ ਅਲਕੋਹਲ ਦੇ ਨਾਲ ਮੌਤ ਹੁੰਦੀ ਆ। ਪ੍ਰਸ਼ਾਸਨ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ। ਫਿਰ ਜ਼ਿੰਮੇਵਾਰ ਕੌਣ ਹੋਇਆ? ਕੈਪਟਨ ਅਮਰਿੰਦਰ ਸਿੰਘ ਜੀ ਜਾਗਣਾ ਪਊਗਾ। ਵੇਖ ਸਕਦੇ ਆ ਹਾਲਾਤ ਇਹਨਾਂ ਲੋਕਾਂ ਦੇ। ਇੱਕ ਗਰੀਬ ਪਰਿਵਾਰ ਰਿਕਸ਼ਾ ਚਲਾ ਕੇ ਦਿਹਾੜੀ ਕਰ ਰਿਹਾ, ਜੇ ਉਹ ਸ਼ਾਮਾਂ ਨੂੰ ਸ਼ਰਾਬ ਪੀਂਦਾ ਤਾਂ ਅਗਲੇ ਦਿਨ ਉਹ ਸੁੱਤਾ ਨਹੀਂ ਉੱਠਦਾ। ਤੇ ਦੂਜਾ ਪਰਿਵਾਰ ਵੇਖ ਸਕਦੇ ਆ ਕਿ ਇੱਕ ਦਿਹਾੜੀ ਕਰਨ ਤੋਂ ਬਾਅਦ ਦੇ ਵਿੱਚ ਇੱਕ ਗਲਾਸੀ ਸ਼ਰਾਬ ਪੀ ਕੇ ਉਹ ਸਦਾ ਵਾਸਤੇ ਮੌਤ ਦੀ ਨੀਂਦ ਸੌਂ ਜਾਂਦਾ। ਲੋਕਾਂ ਨੂੰ ਮਾਰਨ ਵਾਲੀ ਸਰਕਾਰ ਦਾ ਬੇੜਾ ਕਰਕ, ਢੋਲ ਵੇਚਣ ਵਾਲੀ ਸਰਕਾਰ ਹਾਏ। ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਮੌਤ ਦਾ ਤਾਂਡਵ ਸ਼ਰਾਬ ਨੇ ਕਹਿਰ ਮਚਾਇਆ ਹੋਇਆ। ਇੱਕ ਪਾਸੇ ਕਰੋਨਾ ਦਾ ਕਹਿਰ, ਜਿੱਥੇ ਕਿ ਸਮਾਜਿਕ ਦੂਰੀ ਦੀ ਗੱਲ ਕਰ ਰਹੇ ਹਾਂ, ਡਿਸਟੈਂਸ ਦੀ ਗੱਲ ਕਰ ਰਹੇ ਹਾਂ, ਪਰ ਇੱਥੇ ਵੇਖ ਸਕਦੇ ਹਾਂ ਇੱਥੇ ਆਪਾਂ ਡਿਸਟੈਂਸ ਕਿੱਦਾਂ ਬਣਾਵਾਂਗੇ, ਕਿਉਂਕਿ ਇੱਥੇ ਤੇ ਹੋਰ ਹੀ ਤਾਂਡਵ ਮਚ ਚੁੱਕਾ ਮੌਤ ਦਾ ਤਾਂਡਵ। ਤੇ ਮਚਾਇਆ ਕਿਨੇ ਕਿ ਸ਼ਰਾਬ ਨੇ, ਅਲਕੋਹਲ ਨੇ। ਜੇ ਬਿਹਾਰ ਦੇ ਵਿੱਚ ਸ਼ਰਾਬ ਬੰਦ ਹੋ ਸਕਦੀ ਆ ਤੇ ਸਾਡੇ ਪੰਜਾਬ ਦੇ ਵਿੱਚ ਬੰਦ ਕਿਉਂ ਨਹੀਂ ਹੋ ਸਕਦੀ? ਕੀ ਸ਼ਰਾਬ ਤੋਂ ਬਿਨਾਂ ਸਰਕਾਰਾਂ ਨਹੀਂ ਚੱਲ ਸਕਦੀਆਂ? ਹਾਂ, ਜੇ ਮਾਲੀਆ ਇਕੱਠਾ ਹੁੰਦਾ ਵੀ ਆ, ਜੇ ਪੈਸਾ ਇਕੱਠਾ ਆਉਂਦਾ, ਸਾਨੂੰ ਸੋਚਣਾ ਪਊਗਾ ਅਸੀਂ ਹੋਰ ਕਿਸੇ ਪਾਸੇ ਟੈਕਸ ਲਾ ਕੇ ਇਕੱਠਾ ਕਰ ਸਕਦੇ ਹਾਂ। ਪਰ ਨੌਜਵਾਨ ਪੀੜ੍ਹੀ ਨੂੰ ਜੇ ਚਿੱਟੇ ਤੋਂ ਛਡਵਾਇਆ ਸੀ ਤੇ ਫਿਰ ਕਿਉਂ ਸ਼ਰਾਬ ਵਾਲੇ ਪਾਸੇ ਲੈ ਕੇ ਚੱਲੇ ਆ? ਪਰ ਅੱਜ ਇੱਕ ਕਹਿਰ ਜਿਹੜਾ ਕਿ 2 ਦਿਨ ਤੋਂ ਆਪਾਂ ਖਬਰਾਂ ਵੀ ਸੁਣ ਰਹੇ ਹਾਂ, ਸੋਸ਼ਲ ਮੀਡੀਆ 'ਤੇ ਵੇਖ ਰਹੇ ਹਾਂ। ਤੇ ਤਰਨਤਾਰਨ ਤੋਂ ਅਕਾਲ ਚੈਨਲ ਦੀ ਟੀਮ ਪਹੁੰਚੀ ਹੈਗੀ ਆ, ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ। ਹੁਣ ਇੱਕ ਹੋਰ ਪਿੰਡ ਦੀ ਕਹਾਣੀ ਤੁਹਾਨੂੰ ਸੁਣਾਉਂਦੇ ਆ। ਕਿਹੜਾ ਪਿੰਡ ਆ ਉਹ ਭੈਣ ਜੀ ਕੋਲ ਪੁੱਛਦੇ ਹੈਗੇ ਆ। ਕੀ ਸ਼ੁਭ ਨਾਮ ਭੈਣ ਜੀ ਤੁਹਾਡਾ? ਕਵਲਜੀਤ ਕੌਰ ਜੀ। ਕਵਲਜੀਤ ਜੀ, ਕਿਹੜਾ ਪਿੰਡ ਤੁਹਾਡਾ? ਪਿੰਡ ਭੁੱਲਰ ਜੀ। ਤੁਹਾਡੇ ਵੀ ਪਰਿਵਾਰ 'ਚ ਕਿਸੇ ਡੈਥ ਹੋ ਗਈ? ਹਾਂਜੀ, ਪਹਿਲੇ ਕੱਲ ਮੇਰੇ ਜੇਠ ਸਾਹਿਬ ਦੀ ਡੈਥ ਹੋਈ ਸੀਗੀ। ਹੁਣ ਹੁਣੇ ਪਤਾ ਲੱਗਾ ਵਾ ਇਸ ਕੀ ਬ੍ਰਦਰ ਦੀ ਡੈਥ ਹੋ ਗਈ ਆ, ਚਾਚਾ ਜੀ ਦੇ ਬੇਟੇ ਦੀ। ਹਾਂਜੀ ਤੁਹਾਡੇ? ਹਾਂਜੀ 2 ਹੋ ਗਈਆਂ ਮੌਤਾਂ ਜੀ। ਕਿਹੜੇ ਪਾਸਿਓਂ ਤੁਹਾਡੇ? 2? ਇੱਕ ਪੇਕਿਓਂ, ਇੱਕ ਸਹੁਰਿਓਂ। ਇੱਕ ਸਹੁਰੇ ਪੇਕਿਓਂ ਬ੍ਰਦਰ ਦੀ ਹੋ ਗਈ, ਚਾਚਾ ਜੀ ਦੇ ਬੇਟੇ ਦੀ। ਸਹੁਰਿਓਂ ਜੇਠ ਜੀ ਦੀ ਹੋ ਗਈ। ਤੇ ਕਾਰਨ ਸ਼ਰਾਬ ਹੀ? ਹਾਂਜੀ, ਸ਼ਰਾਬ ਹੀ ਸਾਡੇ ਕੋਲ ਆਏ ਸੀ ਕਿ ਰੱਖੜੀ ਦਾ ਕਰਕੇ ਬ੍ਰਦਰ, ਤੇ ਦੋਨਾਂ ਹੀ ਜੀਜੇ ਸਾਲੇ ਨੇ ਇਕੱਠਿਆਂ ਬਹਿ ਕੇ ਲਿਆ ਕੇ ਪੰਡੋਰੀਓਂ ਪੀਤੀ ਆ। ਪੰਡੋਰੀ ਕਿੱਥੇ ਪੈਂਦਾ? ਤਰਨਤਾਰਨ ਤੋਂ ਕਿੰਨੀ ਕੁ? ਤਰਨਤਾਰਨ ਤੋਂ ਕੋਈ 3 ਕਿਲੋਮੀਟਰ ਆ, ਖਡੂਰ ਸਾਹਿਬ ਰੋਡ ਤੇ। ਹਾਂਜੀ, ਇੱਥੋਂ ਅਸੀਂ 2 ਬੰਦਿਆਂ ਤੋਂ ਜਿਨ੍ਹਾਂ ਤੋਂ ਉਹਨਾਂ ਨੇ ਲਿਆਂਦੀ, ਅਸੀਂ ਉਹਨਾਂ ਦੇ ਨਾਮ ਵੀ ਦੱਸੇ ਆ ਪੁਲਿਸ ਨੂੰ। ਤੁਹਾਡਾ ਪਿੰਡ ਕਿਹੜਾ? ਸਾਡਾ ਭੁੱਲਰ ਆ ਜੀ। ਭੁੱਲਰ ਤੇ ਪੰਡੋਰੀ ਗੋਲਾ ਦਾ ਕਿੰਨਾ ਕੁ ਪੈਂਦਾ? 1 ਕਿਲੋਮੀਟਰ 1.5। ਪੰਡੋਰੀ ਗੋਲਾ 'ਚ ਸ਼ਰਾਬ ਵਿਕਦੀ ਉਦਾਂ? ਸ਼ਰੇਆਮ ਜੀ, ਸ਼ਰੇਆਮ ਵਿਕਦੀ ਆ। ਵੱਡੇ ਸਰਗਣਾ ਪੀਏ MLA ਦੇ ਸਹਿ ਤੇ ਵਿਕਦੀ ਆ। ਇੱਕ ਪਿੰਡ ਹੋਰ ਵੀ ਸ਼ਾਇਦ ਸੁਣਿਆ ਹੈਗਾ, ਥੋੜੀ ਦੇਰ ਪਹਿਲਾਂ ਇੱਥੇ ਕਿਸੇ ਨੇ ਦੱਸਿਆ ਸੀ, ਕੰਗ ਪਿੰਡ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਤੇ ਵਿਕ ਰਹੀ। ਬਹੁਤ ਵੱਡੇ ਪੱਧਰ ਦੇ ਜੀ। ਵੇਖੋ ਜੀ, ਖਡੂਰ ਸਾਹਿਬ, ਹਲਕਾ ਖਡੂਰ ਸਾਹਿਬ ਦੇ MLA ਰਮਨਜੀਤ ਸਿੰਘ ਸਿੱਕੀ ਦੇ PA ਜਰਮਨਜੀਤ ਸਿੰਘ ਦਾ ਪਿੰਡ ਆ ਕੰਗ ਪਿੰਡ। ਹਾਂਜੀ, ਕੰਗ ਪਿੰਡ ਆ ਉਹਨਾਂ ਦਾ। ਉਹਨਾਂ ਦੀ ਸਹਿ ਤੇ ਉਹਨਾਂ ਦੇ ਧੜੱਲੇ ਨਾਲ ਦੇਖੋ ਜੀ, ਇੱਥੇ ਤਰਨਤਾਰਨ ਦੇ ਵਿੱਚ DC ਦਫ਼ਤਰ ਦੇ ਵਿੱਚ ਜਰਮਨਜੀਤ ਸਿੰਘ ਕੰਗ ਨੂੰ ਇੱਕ ਸਪੈਸ਼ਲ ਕਮਰਾ ਦਿੱਤਾ ਗਿਆ ਵਾ
ਉਹ ਸਾਰੇ ਡੀਸੀ ਐਸਐਸਪੀ ਤੋਂ ਉੱਤੇ ਆ। ਕੀ ਗੱਲ ਉਹਦੇ ਤੇ ਕੋਈ ਕਾਰਵਾਈ ਨਹੀਂ? ਇੱਥੇ ਸ਼ਰੇਆਮ ਦਿਨ ਦਿਹਾੜੇ ਅੱਜ 2 ਵਜੇ ਜਰਮਨ ਨੇ ਬੰਦੇ ਭੇਜ ਕੇ ਮੈਨੂੰ 100 ਬੰਦਿਆਂ ਦੇ ਵਿੱਚ ਧਮਕੀ ਦਵਾਈ ਆ ਕਿ ਇੱਥੋਂ ਆਪਣਾ ਲਾਮ ਲਕਸ਼ਰ ਆਪਣੀਆਂ ਲਾਸ਼ਾਂ ਲੈ ਕੇ ਉੱਠ ਜਾ, ਨਹੀਂ ਤੇ ਤੈਨੂੰ ਚੁੱਕ ਕੇ ਖੜਾਂਗੇ। ਕੀ ਗੱਲ ਸਾਡਾ ਕਸੂਰ ਕੀ ਆ? ਸਾਡਾ ਇਹ ਕਸੂਰ ਆ ਕਿ ਸਾਡੇ ਘਰਾਂ ਸਾਡੇ ਬੰਦੇ ਮਰ ਗਏ, ਸਾਨੂੰ ਇਸ ਕਰਕੇ ਜਰਮਨ ਨੇ ਚੁੱਕ ਕੇ ਖੜਨਾ? ਕਿਉਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ? ਕਿੱਥੇ ਪੁਲਿਸ ਪ੍ਰਸ਼ਾਸਨ ਸੁੱਤਾ? ਕਿਉਂ ਨਹੀਂ ਚੁੱਕਦਾ? ਅਸੀਂ ਇੱਥੇ ਪੁਲਿਸ ਪ੍ਰਸ਼ਾਸਨ ਸੀ ਕਿ ਜਿਹੜਾ ਬੰਦਾ ਜਰਮਨ ਨੇ ਘੱਲਿਆ ਉਹਨੂੰ ਮੌਕੇ ਤੇ ਪੁਲਿਸ ਨੂੰ ਫੜਾਇਆ ਵੀ ਆ। ਕੀ ਕੀਤਾ ਪੁਲਿਸ ਨੇ? ਉਸ ਤੇ ਕੀ ਕਾਰਵਾਈ ਕੀਤੀ? ਸਾਨੂੰ ਦੱਸੇ ਪੁਲਿਸ। ਕੀ ਨਾਮ ਸੀ, ਕੋਈ ਪਤਾ ਉਹਦਾ ਜਿਹੜਾ ਫੜਾਇਆ ਗਿਆ ਸੀ? ਨਹੀਂ ਜੀ, ਨਾ ਇਹਨਾਂ ਨੂੰ ਪਤਾ ਸੀਗਾ, ਮੈਨੂੰ ਨਹੀਂ ਪਤਾ ਕਿ ਕੀ ਨਾਂ ਉਹਨਾਂ ਦਾ। ਅਮਰੀਕ ਸਿੰਘ ਕੰਗ, ਹਾਂਜੀ ਕੰਗ ਪਿੰਡ ਦਾ ਸੀਗਾ। ਕੰਗ ਪਿੰਡ ਦਾ ਮੌਜੂਦਾ ਮੈਂਬਰ ਸੀਗਾ, ਪੰਚਾਇਤ ਮੈਂਬਰ। ਹਾਂਜੀ ਛੱਡ ਦਿੱਤਾ ਗਿਆ? ਸਰ ਸਾਨੂੰ ਨਹੀਂ ਪਤਾ, ਉਹਨੂੰ ਛੱਡ ਹੀ ਦਿੱਤਾ ਗਿਆ ਹੋਊਗਾ। ਪੁਲਿਸ ਦੀ ਹਾਜ਼ਰੀ 'ਚ ਪਹਿਲਾਂ ਮੇਰੇ ਗਲ ਪਿਆ ਵਾ, ਫਿਰ ਇੱਥੇ ਇੱਕ ਮੁੰਡਾ ਸੀਗਾ, ਜਦੋਂ ਉਹ ਅੱਗੇ ਹੋ ਕੇ ਮੇਰਾ ਬਚਾਅ ਕਰਨ ਲੱਗਾ ਤੇ ਉਹਦੇ ਥੱਪੜ ਮਾਰਤਾ। ਇਸ ਤੋਂ ਵੱਡੀ ਗੁੰਡਾਗਰਦੀ ਜਾਂਚ ਬਿਠਾਉਣ ਦੀ ਗੱਲ ਤੇ ਹੋ ਚੁੱਕੀ ਆ। ਕੈਪਟਨ ਸਾਹਿਬ ਦਾ ਇੱਕ ਵੱਡਾ ਬਿਆਨ ਹੋ ਚੁੱਕਿਆ, ਪਰ ਇਧਰਲੇ ਪਾਸੇ ਤੇ ਸਰਕਾਰੀ ਘੇਰੇ ਦੇ ਵਿੱਚ ਆ। ਰਮਨਜੀਤ ਸਿੱਕੀ ਜਿਹੜੇ ਕਿ ਐਮਐਲਏ ਆ ਖਡੂਰ ਸਾਹਿਬ ਤੋਂ, ਉਹਨਾਂ ਦਾ ਪੀਏ ਜਿਹੜਾ ਕੰਗ ਪਿੰਡ ਤੋਂ ਆ, ਭੈਣ ਨੇ ਦੱਸਿਆ ਕਿ ਜ਼ਿਆਦਾ ਯੋਗਦਾਨ ਹੀ ਉਹਨਾਂ ਦਾ, ਤੇ ਇਸ ਟਾਈਮ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਆ। ਗੁੰਡਾਗਰਦੀ ਉਹਨਾਂ ਦੇ ਨਾਲ ਜਿਹੜੇ ਪਰਿਵਾਰਕ ਮੈਂਬਰ ਇਨਸਾਫ ਮੰਗ ਰਹੇ ਆ ਕਿ ਸਾਨੂੰ ਇਨਸਾਫ ਚਾਹੀਦਾ। ਜੇ ਘਰ ਦੇ ਵਿੱਚ ਮੌਤ ਹੋ ਚੁੱਕੀ ਆ, ਮੌਤ ਦਾ ਅਸਲੀ ਕਾਰਨ ਕੀ ਆ? ਕਾਰਨ ਤੇ ਲੱਭਣਾ ਸਰਕਾਰਾਂ ਦੇ ਫਰਜ਼ ਹੈਗੇ ਆ, ਪ੍ਰਸ਼ਾਸਨ ਦੇ ਫਰਜ਼ ਹੈਗੇ ਆ। ਜੇ ਪ੍ਰਸ਼ਾਸਨ ਪਹਿਲਾਂ ਸੁੱਤਾ ਸੀ, ਅੱਜ ਉੱਠਿਆ ਹੈਗਾ, ਜੇ ਜਾਗਿਆ ਵਾ ਤੇ ਅਸੀਂ ਜਗਾਈਏ ਹੋਰ ਇਹਨਾਂ ਨੂੰ, ਆਉਣ ਵਾਲੇ ਸਮੇਂ 'ਚ ਹੋਰ ਮੌਤਾਂ ਨਾ ਹੋਣ। ਹੁਣੇ ਹੀ ਪਤਾ ਲੱਗਾ ਕਿ ਸ਼ਾਇਦ 2 ਮੌਤਾਂ ਹੋਰ ਹੋ ਚੁੱਕੀਆਂ। ਉਹ ਪਿੰਡਾਂ ਦਾ ਵੀ ਆਪਾਂ ਪਤਾ ਕਰਦੇ ਹਾਂ ਕਿਹੜੇ ਪਿੰਡਾਂ ਦੀਆਂ ਮੌਤਾਂ, ਕਿਉਂਕਿ ਜੇ ਦੂਜੇ ਪਾਸੇ ਵੇਖਦੇ ਪੋਸਟਮਾਰਟਮ ਵਿਭਾਗ ਆ ਨਾਲ ਹੀ 10-15 ਮਿੰਟ ਦੇ ਵਿੱਚ 2 ਜਾਂ 3 ਡੈੱਡ ਬੋਡੀਆਂ ਅਸੀਂ ਇੱਥੋਂ ਦੇਖ ਲਈਆਂ ਕਿ ਜਿਹੜੀਆਂ ਹੁਣ ਜਾ ਚੁੱਕੀਆਂ ਵਾ। ਇੱਕ ਵੱਡਾ ਕਹਿਰ ਆ, ਕਰੋਨਾ ਦਾ ਕਹਿਰ ਤੇ ਆਪਾਂ ਸੁਣ ਹੀ ਰਹੇ ਸੀ, ਪੂਰੀ ਦੁਨੀਆ ਦੇ ਵਿੱਚ ਆ, ਜਿੱਥੇ ਕਿ ਲੋਕ ਘਰਾਂ ਦੇ ਵਿੱਚ ਨਹੀਂ ਸੀ ਨਿਕਲ ਰਹੇ। ਪਰ ਇਸ ਟਾਈਮ ਦੇ ਉੱਤੇ ਜਿਹੜਾ ਕਹਿਰ ਵਾਪਰਿਆ ਸ਼ਰਾਬ ਦਾ, ਜਿਹਨੇ ਪੂਰੇ ਮਾਝੇ 'ਚ ਥੱਲੇ ਮਚਾ ਦਿੱਤੀ ਆ। ਸਿਆਸੀ ਲੋਕ ਵੀ ਇੱਥੇ ਪਹੁੰਚ ਰਹੇ ਆ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਆ। ਬੰਦੇ ਪ੍ਰਕਾਸ਼ ਸਿੰਘ ਦੀ ਡੈਥ ਹੋਈ ਆ, ਮੇਰੇ ਜੇਠ ਸਾਹਿਬ ਦੀ। ਅਸੀਂ ਤੇ ਕੱਲ ਦੇ ਇੱਥੇ ਆ। ਤੁਸੀਂ ਸਵੇਰੇ ਜਿਹੜਾ ਬਹੁਤ ਭਾਰੀ ਮੀਂਹ ਪਿਆ, ਉਸ ਮੀਂਹ ਕਾਰਨ ਉਹਨਾਂ ਦੇ ਘਰ ਦੀ ਛੱਤ ਵੀ ਡਿੱਗ ਗਈ ਆ। ਜਿਹੜਾ ਸੱਥਰ ਆ ਉਹ ਸਾਰੇ ਮੀਂਹ ਵਰਦੇ 'ਚ ਬਾਹਰ ਖੁੱਲੇ ਸਮਾਨ ਥੱਲੇ ਵਿਛਿਆ ਰਿਹਾ, ਕਿਸ਼ਤੇ ਦੇ ਥੱਲੇ। ਦੇਖੋ ਜਿਹੜਾ ਕਮਾਈ ਵਾਲਾ ਸੀਗਾ, ਜਦ ਤੱਕ ਉਹ ਹੈਗਾ ਸੀਗਾ, ਸਾਨੂੰ ਆਸ ਸੀਗੀ ਕਿ ਉਹ ਕੋਈ ਨਹੀਂ ਛੱਤ ਪਾ ਲੇਗਾ। ਹੁਣ ਸਾਡੀ ਆਸ ਵੀ ਮੁੱਕ ਗਈ, ਰੋਟੀ ਵੀ ਮੁੱਕ ਗਈ। ਦੱਸੋ ਚੀਜ਼ਾਂ ਆ ਜਿਹੜੀਆਂ ਫਾਈਨੈਂਸ਼ਲੀ ਆਪਾਂ ਬੈਠੇ ਆ ਉਹਨਾਂ ਲਈ ਕਿ ਉਹਨਾਂ ਨੂੰ ਹੈਲਪ ਹੋਣ, ਉਹਨਾਂ ਦੇ ਘਰ ਦਾ ਮੈਂਬਰ ਚਲ ਗਿਆ ਆ, ਬੱਚੇ ਰਹਿ ਗਏ ਆ। ਪਰ ਜਿਹੜੀ ਇਸ ਵੇਲੇ ਹੈਗੀ ਆ ਪੋਸਟਮਾਰਟਮ ਡਿਪਾਰਟਮੈਂਟ ਦੇ ਵਿੱਚ ਕੰਡੀਸ਼ਨ, ਸਰ ਅੰਦਰ ਕੋਈ 14-15 ਲਾਸ਼ਾਂ ਲਗਾਤਾਰ ਆ ਰਹੀਆਂ ਆ। 2 ਕੈਂਡੀ ਆ ਇੱਥੇ, ਜਿਹਦੇ ਵਿੱਚੋਂ ਇੱਕ ਖਰਾਬ ਆ, ਔਰ ਇੱਕ ਦੂਜੇ ਦੇ ਉੱਪਰ ਹੀ ਲਾਸ਼ਾਂ ਸਿੱਟੀਆਂ ਹੋਈਆਂ। ਕੋਈ ਪ੍ਰੋਪਰ ਉਹਦੀ ਵਿਵਸਥਾ ਨਹੀਂ ਹੈਗੀ। ਰਾਤ ਦੀਆਂ ਲਾਸ਼ਾਂ ਸਾਡੇ ਕੋਲੋਂ ਬਰਫ਼ ਮੰਗਾ ਕੇ ਹਸਪਤਾਲ ਦਾ ਪ੍ਰਸ਼ਾਸਨ ਉਹਨਾਂ ਨੂੰ ਲਾ ਰਿਹਾ ਆ। ਹੁਣ ਕਹਿੰਦੇ ਆਪਣੀਆਂ ਬੋਡੀਆਂ ਲੈ ਜਾਓ, ਅੰਦਰ ਬੋਡੀਆਂ ਖਰਾਬ ਹੋਣ ਡੀਆਂ। ਕੀ ਗੱਲ ਇਹਨਾਂ ਕੋਲ ਕੈਂਡੀ ਨਹੀਂ ਹੈਗੀ? ਜੇ ਪੁਲਿਸ ਪ੍ਰਸ਼ਾਸਨ ਤਰਨਤਾਰਨ ਨੇ ਆਪਣਾ ਜਿਹੜਾ ਪੁੱਤ ਆ, ਕਮਾਊ ਪੁੱਤ, ਇਹ ਸ਼ਰਾਬ ਮਾਫੀਆ ਪਾਲਣਾ, ਤੇ ਫਿਰ 200-250 ਕੈਂਡੀ ਵੀ ਲਿਆ ਕੇ ਰੱਖੇ। ਕੀ ਪਤਾ ਕਿਹੜੇ ਵੇਲੇ ਕੀ ਹੋ ਜਾਣਾ। ਕਿਉਂ ਨਹੀਂ ਕੈਂਡੀਆਂ ਦੀ ਇਹਨਾਂ ਨੇ ਕੀਤੀ ਵੀ? ਇਹ ਆਪਣਾ ਪੁੱਤ ਤੇ ਪਾਲਣ ਡਏ ਆ, ਤੇ ਫਿਰ ਇੱਧਰ ਵੀ ਚੱਲਣ ਨੂੰ ਤਿਆਰ ਹੋਣ ਨਾ। ਹੁਣ ਸਾਨੂੰ ਇਹ ਦੱਸਦੇ ਨੇ ਵੀ ਐਡਾ ਵੱਡਾ ਕਤਲੇਆਮ ਹੋ ਗਿਆ, ਪੁਲਿਸ ਪ੍ਰਸ਼ਾਸਨ ਨੇ ਕਿਸੇ ਮੇਨ ਬੰਦੇ ਤੇ ਪਰਚਾ ਕੀਤਾ? ਪਿੰਡਾਂ 'ਚ ਚੁੱਕ ਰਹੇ ਆ ਨਾ ਉਹ 10-10 ਲੀਟਰ ਵਾਲੇ, 20-20 ਲੀਟਰ ਵਾਲੇ। ਇਹ 10-10 20-20 ਲੀਟਰ ਵਾਲਿਆਂ ਦਾ ਕੰਮ ਨਹੀਂ, ਇਹ ਕਿਸੇ ਵੱਡੇ ਬੰਦੇ ਦਾ ਕੰਮ ਆ। ਕੋਈ ਪਿੱਛੋਂ ਟੈਂਕਰ ਆਇਆ, ਸਾਜ਼ਿਸ਼ ਆ, ਕੋਈ ਪਿੱਛੋਂ ਟੈਂਕਰ ਆਇਆ, ਉਹ ਕਿਸੇ ਟੈਂਕਰ ਤੇ, ਕਿਸੇ ਫੈਕਟਰੀ ਤੇ, ਕਿਸੇ ਬੰਦੇ ਤੇ ਪਰਚਾ ਹੋਇਆ ਨਹੀਂ ਹੋਇਆ। ਇਹ ਸਿਰਫ ਇੱਕ ਨਾਂ ਦੀ ਜਾਂਚ ਆ, ਕੁਝ ਨਹੀਂ ਹੋਣਾ। ਅੰਦਰ ਲਾਸ਼ਾਂ ਜਿਹੜੀਆਂ ਗਲਣ ਡਈਆਂ, ਸੜਨ ਡਈਆਂ, ਸਾਨੂੰ ਰੋਹ ਪਾਉਣ ਡਏ, ਤੁਹਾਡੇ ਤੇ ਪਰਚੇ ਕਰ ਦਾਂਗੇ, ਆਪਣੀਆਂ ਲਾਸ਼ਾਂ ਚੱਕ ਲਓ, ਉਹ ਕਰ ਲਓ, 2 ਲੱਖ ਰੁਪਇਆ ਲੈ ਜਾਓ, 4 ਲੈ ਜਾਓ। ਆਹ ਕੁਝ ਹੋਣ ਡਿਆ ਸਾਡੇ ਨਾਲ। ਪਰਿਵਾਰ ਆਪ ਹੀ ਦੱਸ ਰਹੇ ਆ ਹਾਲਾਤ ਕੀ ਆ ਇੱਥੋਂ ਦੇ। ਸਿਵਲ ਹਸਪੀਟਲ ਤਰਨਤਾਰਨ ਦੇ 2 ਕੈਂਡੀਆਂ ਅੰਦਰ, ਜਿਹਦੇ ਵਿੱਚ ਇੱਕ ਖਰਾਬ ਆ ਤੇ ਇੱਕ ਦੇ ਉੱਤੇ ਢੇਰੀ ਲਾ ਕੇ ਲਾਸ਼ਾਂ ਰੱਖ ਦਿੱਤੀਆਂ ਜਾਂਦੀਆਂ ਤੇ ਬਰਫ਼ ਮੰਗਵਾਈ ਜਾਂਦੀ ਪਰਿਵਾਰਾਂ ਕੋਲੋਂ। ਸੁਣ ਸਕਦੇ ਆ। ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਆਪਾਂ, ਇੱਥੋਂ ਦੇ ਡਾਕਟਰ ਸਾਹਿਬਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਇੱਕ ਵੱਡਾ ਸਵਾਲ ਸਰਕਾਰ ਤੇ ਚੱਕਿਆ ਹੈਗਾ, ਕਿਉਂਕਿ ਰਮਨਜੀਤ ਸਿੱਕੀ ਦੇ ਐਮਐਲਏ ਸਾਹਿਬਾਨ ਜਿਹੜੇ ਹੈਗੇ ਆ, ਉਹਨਾਂ ਦੇ ਚੁੱਕਿਆ ਹੈਗਾ ਵਾ। ਉਹਨਾਂ ਦੇ ਪੀਏ ਤੇ ਪਿੰਡ ਦੇ ਵਿੱਚ ਸ਼ਰਾਬ ਵਿਕ ਰਹੀ ਆ। ਕਿਉਂ ਵਿਕੀ ਸ਼ਰਾਬ? ਕਿਉਂ ਛਡਵਾਇਆ ਜਾਂਦਾ ਇਹੋ ਜਿਹੇ ਲੋਕਾਂ ਨੂੰ? ਅੱਜ ਅਸੀਂ ਜਾਗੇ ਆ, ਅੱਜ ਪ੍ਰਸ਼ਾਸਨ ਜਾਗਿਆ, ਪਰ ਕਿਉਂ? ਪਹਿਲਾਂ ਕੀ ਕਾਰਨ ਸੀ? ਇੱਕ ਸ਼ਰਾਬ ਦੇ ਨਾਲ ਅਸੀਂ ਆਪੋ ਆਪਣੇ ਢਿੱਡ ਪਾਲ ਰਹੇ ਆ, ਪਰ ਸ਼ਰਾਬ ਵਰਤਾ ਕੇ ਅਸੀਂ ਲੋਕਾਂ ਦੀ ਜਾਨਾਂ ਲੈ ਰਹੇ ਆ। ਮਾਝੇ ਦੇ ਵਿੱਚ ਇੱਕ ਘਿਨਾਉਣੀ ਹਰਕਤ ਹੋਈ ਆ,
ਜੇ ਆਪਾਂ ਪਿੰਡ ਮੁੱਛਲ ਦੀ ਗੱਲ ਕਰਦੇ ਹਾਂ ਜਾਂ ਹੋਰ ਪਿੰਡਾਂ ਦੀ ਗੱਲ ਕਰਦੇ ਹਾਂ, ਕੇਵਲ ਤਰਨਤਾਰਨ ਇਹਦਾ ਹਿੱਸਾ ਨਹੀਂ ਹੈਗਾ, ਅੰਮ੍ਰਿਤਸਰ ਵੀ ਹੈਗਾ ਤੇ ਗੁਰਦਾਸਪੁਰ ਦੇ ਵਿੱਚ ਵੱਡਾ ਤਾਂਡਵ ਮਚਿਆ। ਪਰ ਜਿਵੇਂ ਹੁਣੇ ਭੈਣ ਜੀ ਨੇ ਗੱਲ ਕੀਤੀ ਕਿ ਅਲਕੋਹਲ ਆਈ ਕਿੱਥੋਂ? ਹਾਂ 10-10 ਲੀਟਰ 20-20 ਲੀਟਰ ਵਾਲੇ ਤੇ ਫੜ ਲਏ ਜਾਣਗੇ, ਪਰ ਉਹ ਆਈ ਕਿੱਥੋਂ ਅਲਕੋਹਲ, ਇਹਦਾ ਜ਼ਰੂਰ ਪਤਾ ਲੱਗਣਾ ਚਾਹੀਦਾ। ਉਹ ਕਿਹੜੀ ਫੈਕਟਰੀ ਸੀ ਪੰਜਾਬ ਦੇ ਵਿੱਚ ਜਾਂ ਬਾਹਰ ਕਿਤੇ ਲੱਗੀ ਹੋਈ, ਤੇ ਉਹ ਕਿਹਦੀ ਫੈਕਟਰੀ ਸੀ, ਕਿਹੜੀ ਫੈਕਟਰੀ ਤੇ ਕਿਹਦੀ ਫੈਕਟਰੀ ਸੀ, ਇਹ ਦੋ ਚੀਜ਼ਾਂ ਜ਼ਰੂਰ ਪਤਾ ਲੱਗਣਾ ਚਾਹੀਦਾ। ਕਿਉਂਕਿ ਜੇ 10-10 ਲੀਟਰ ਵਾਲੇ ਫੜ ਕੇ ਅੰਦਰ ਕਰ ਦਿੱਤੇ ਜਾਂਦੇ ਆ ਤੇ ਅਲਕੋਹਲ ਇੰਨੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਡਰਮਾਂ ਦੇ ਡਰਮ ਆਉਂਦੇ ਆ, ਟਰੱਕਾਂ ਦੇ ਟਰੱਕ ਆਉਂਦੇ ਆ, ਕਿੱਥੋਂ ਆਈ ਆ? ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਇੱਕ ਸਵਾਲ ਹੈਗਾ ਵਾ। ਹੋਰ ਵੀ ਇੱਥੇ ਮੌਜੂਦ ਹੈਗੇ ਲੋਕ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਵੀਰ ਜੀ ਕੀ ਸ਼ੁਭ ਨਾਮ ਤੁਹਾਡਾ? ਦੇਸਾ ਸਿੰਘ ਜੀ, ਮੁਗਲ ਚੱਕ ਹੈ ਜੀ ਆਪਣਾ। ਤੁਸੀਂ ਕਿਹਦੇ ਨਾਲ ਆਏ ਆ? ਹਾਂਜੀ ਕੰਗਾ ਤੋਂ ਜੀ, ਆਪਣੇ ਭਰਾ ਦਾ ਚਾਚਾ ਸਹੁਰਾ ਜੀ। ਹਾਂਜੀ ਉਹਦੀ ਡੈਥ ਹੋਈ ਹੈ ਸ਼ਰਾਬ ਦੇ ਨਾਲ। ਹਾਂਜੀ ਸ਼ਰਾਬ ਨਾਲ ਹੋਈ ਜੀ। ਉਹਦੀ ਡੈੱਡ ਬੋਡੀ ਲੈਣ ਵਾਸਤੇ ਆਏ ਆ। ਹੁਣ ਕੀ ਦੱਸਦੇ ਆ ਤੇ ਡੈੱਡ ਬੋਡੀ ਦੱਸਦੇ ਜੇ ਕੁਝ ਵੀ ਨਹੀਂਗਾ, ਪ੍ਰਸ਼ਾਸਨ ਐਵੇਂ ਕਹੀ ਜਾਂਦਾ ਜਿਹੜੇ ਕੱਲ੍ਹ ਵਾਲੇ ਉਹ ਅਜੇ ਦੇ ਰਹੇ ਆ, ਜਿਹੜੇ ਅੱਜ ਵਾਲੇ ਉਹ ਤੁਹਾਨੂੰ ਕੱਲ੍ਹ ਮਿਲਣਗੇ। ਵਿੱਚੋਂ ਹੀ ਕਹਿ ਦਿੰਦੇ ਰੁਕ ਜਾਓ, ਜੇ ਤੁਹਾਨੂੰ ਹੋ ਸਕਿਆ ਤਾਂ ਸ਼ਾਮਾਂ ਨੂੰ ਪਰਚਾ ਕੱਟ ਕੇ ਦੇਵਾਂਗੇ। ਪਰ ਗਿਣਤੀ ਜ਼ਿਆਦਾ ਲੱਗਦੀ ਤਾਂ ਕਰਕੇ ਡੈੱਡ ਬੋਡੀਆਂ ਨਹੀਂ ਮਿਲ ਰਹੀਆਂ। ਹਾਂਜੀ ਹਾਂਜੀ ਮੌਤਾਂ ਦੀ ਗਿਣਤੀ ਤਾਂ ਵੱਧ ਰਹੀ ਆ, ਮਿੰਟੋ ਮਿੰਟ ਮਤਲਬ ਤੁਰੀਆਂ ਹੀ ਆ ਰਹੀਆਂ ਵਾ। ਸਾਡੇ ਸਾਹਮਣੇ ਹੁਣ 4-5 ਮੌਤਾਂ ਹੋਰ ਹੋ ਕੇ ਆ ਗਈਆਂ ਵਾ, 2-3 ਗਈਆਂ, 4-5 ਆ ਗਈਆਂ ਵਾ। ਤੇ ਹਾਲਾਤ ਦਿਨੋਂ ਦਿਨ ਪੈਰੋਂ ਪੈਰ ਵਿਗੜਦੇ ਜਾ ਰਹੇ ਆ। ਹਾਂ ਵੇਖ ਸਕਦੇ ਹਾਂ ਸ਼ਾਇਦ ਕਿਸਾਨ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਹੈਗੀਆਂ ਵਾ। ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਤੇ ਕਿਸਾਨਾਂ ਦੀ ਗੱਲ ਆਉਂਦੀ ਆ ਝੰਡੇ ਚੁੱਕ ਲਏ ਜਾਂਦੇ ਆ। ਅੱਜ ਵੀ ਝੰਡੇ ਚੁੱਕੇ ਆ, ਪਰ ਝੰਡੇ ਕਿੰਨੇ ਦਿਨ ਚੁੱਕੇ ਰਹਿਣੇ ਆ? ਪਿੰਡਾਂ ਦੇ ਵਿੱਚ ਆਵਾਜ਼ ਕਿਉਂ ਨਹੀਂ ਬੁਲੰਦ ਹੁੰਦੀ? ਅਸੀਂ ਸ਼ਾਇਦ ਸੌਂ ਜਾਂਦੇ ਆ ਜਾਂ ਸਾਨੂੰ ਸਾਰਿਆਂ ਨੂੰ ਜਾਗ ਹੀ ਕਦੋਂ ਆਉਂਦੀ ਆ? ਜਦੋਂ ਕਹਿਰ ਵਾਪਰਦਾ। ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਸਾਡੇ ਨਾਲ ਹੈਗੇ। ਵੀਰ ਜੀ ਕੀ ਸ਼ੁਭ ਨਾਮ ਤੁਹਾਡਾ? ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। ਕਿਹੜਾ ਪਿੰਡ ਆਪਣਾ ਤਰਨਤਾਰਨ ਦੀ ਰਹਿੰਦੇ ਜੀ। ਕਿਸਾਨ ਜਥੇਬੰਦੀ ਦੇ ਮੈਂਬਰ? ਹਾਂਜੀ ਹਾਂਜੀ ਯਾਦ ਕਿਸਾਨ ਜਥੇਬੰਦੀ ਪੰਜਾਬ। ਸ਼ਾਇਦ ਜਦੋਂ ਇਹੋ ਜਿਹੇ ਭਾਣੇ ਵਾਪਰਦੇ ਆ ਆਪਾਂ ਸਾਰੇ ਜਾਗਦੇ ਹੀ ਉਦੋਂ ਆ। ਪਹਿਲੋਂ ਕੰਗ ਪਿੰਡ ਦੇ ਵਿੱਚ ਸ਼ਰਾਬ ਵੇਚ ਰਹੀ ਸੀ, ਪਹਿਲੋਂ ਹੋਰ ਪਿੰਡਾਂ ਦੇ ਵਿੱਚ ਸ਼ਰਾਬ ਵੇਚ ਰਹੀ ਸੀ। ਕਿਸਾਨ ਜਥੇਬੰਦੀਆਂ ਕਿਉਂ ਜਾਂ ਬਾਕੀ ਜਥੇਬੰਦੀਆਂ ਕਿਉਂ ਨਹੀਂ ਪਹਿਲਾਂ ਇਹੋ ਜਿਹੀ ਕਾਰਵਾਈ ਕਰਦੀਆਂ ਕਿ ਪਹਿਲਾਂ ਫੜੇ ਜਾਣੇ? ਇਹ ਸਾਰ ਜੀ ਗੌਰਮੈਂਟ ਦੇ ਨੁਮਾਇੰਦੇ ਜਿਹੜੇ ਆ ਨਾ ਉਹ ਵਿਕਾਉਂਦੇ। ਇਹ ਟੈਂਪੂ ਗੱਡੀ ਆਉਂਦੀ ਰਹੀ ਆ ਗੌਰਮੈਂਟ ਦੀ, ਉਹ ਪਿੰਡੋਂ ਪਿੰਡੀ ਅੱਡੇ ਜਿੱਥੇ ਬਣੇ ਲਾ ਕੇ ਜਾਂਦੇ ਆ। ਜੇ ਕਿਸਾਨ ਜਥੇਬੰਦੀਆਂ ਅਸੀਂ ਪਹਿਲਾਂ ਰੌਲਾ ਪਾਉਂਦੇ ਰਹੇ, ਬੜਾ ਪਾਇਆ ਰੌਲਾ, ਪਰ ਉਹ ਜਿਹੜੇ ਪੁਲਿਸ ਦੇ ਗੁੰਡੇ ਆ, ਜਿਹੜੇ ਬੰਦੇ ਆ, ਉਹ ਨਹੀਂ ਠੜਦੇ। ਉਹ ਫਿਰ ਜ਼ਬਰਦਸਤੀ ਵੇਚਦੇ ਆ ਜੀ, ਜ਼ਬਰਦਸਤੀ ਸ਼ਰਾਬ ਵੇਚ ਕੇ ਲੋਕਾਂ ਦੇ ਜਾਂਦੇ ਆ। ਜਿਹੜੇ ਮਾੜੇ ਗਰੀਬ ਬੰਦੇ ਲੋਕ ਆ ਉਹ ਸਸਤੀ ਵੇਚ ਕੇ ਲੈ ਲੈਂਦੇ ਆ ਜੀ, ਤੋ ਸਸਤੀ ਲੈ ਕੇ ਪੀ ਲੈਂਦੇ ਤੇ ਮਰ ਜਾਂਦੇ ਆ। ਉਹ ਪੈਕਟ ਲਿਆਉਂਦੀ ਗੱਡੀ, ਪੈਕਟ ਲਾ ਦਿੰਦੀ ਹੈ। ਅੱਡੇ ਬਣੇ ਉਹਨਾਂ ਦੇ ਪੈਕਟਾਂ ਦੇ, ਉਹ ਪੈਕਟ ਸੁੱਟ ਜਾਂਦੇ, ਉੱਥੋਂ ਵਿਕਦੇ ਜਾਂਦੇ, ਉਹ ਸਸਤੀ ਲਈ। ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? ਹਾਂਜੀ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਅਸੀਂ ਸਰਕਾਰ ਨੂੰ ਜ਼ਰੂਰ ਮੰਨਦੇ ਆ ਜੀ। ਸਰਕਾਰ ਸਭ ਕੁਝ ਕਰ ਸਕਦੀ ਆ। ਸਭ ਪੁਲਿਸ ਨੂੰ ਪਤਾ, ਪੁਲਿਸ ਵਿਕਾਉਂਦੀ ਆ ਜੀ। ਸਭ ਪੈਸੇ ਲੈਂਦੇ ਪੁਲਿਸ ਵਾਲੇ, ਸਾਰੇ ਜ਼ਿੰਮੇਵਾਰ। ਇਹ ਜਰਮਨ ਜਿਹੜਾ ਸ਼ਿੱਕੀ ਦਾ ਬੰਦਾ, ਜਰਮਨ ਖੁਦ ਪੈਸੇ ਲੈਣ ਦਾ, ਜਰਮਨ ਅਕਾਊਂਟ ਹੈ ਸ਼ਰਾਬ, ਜਰਮਨ ਸਾਰਾ ਕਰਾਉਂਦਾ ਕੰਮ। ਸ਼ਿੱਕੀ ਦਾ ਪੀਏ ਜਿਹੜਾ ਸਾਰਾ ਕੰਮ ਜਰਮਨ ਦਾ, ਜਰਮਨ ਸਾਰਾ ਕਰਾਉਂਦਾ। ਜਰਮਨ ਸਾਰਾ ਜਿੰਨਾ ਵੀ ਉਹ ਸ਼ਰਾਬ ਜਿਹੜੇ ਟੈਂਪੂ ਆਉਂਦੇ ਸਾਰੇ ਉਹਦੇ ਰਾਹੀਂ ਆਉਂਦੇ, ਸਭ ਵਿਕਾਉਂਦਾ ਉਹ। ਕਿਸਾਨ ਜਥੇਬੰਦੀਆਂ ਅੱਜ ਸੰਘਰਸ਼ ਕਰ ਰਹੀਆਂ। ਜਦੋਂ ਟੈਂਪੂ ਆਉਂਦਾ ਉਦੋਂ ਕਿਉਂ ਨਹੀਂ ਸੰਘਰਸ਼ ਕੀਤਾ ਜਾਂਦਾ? ਉਹ ਟੈਂਪੂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਿ ਸਾਡੇ ਪਿੰਡਾਂ ਵਿੱਚ ਇਹ ਕਾਰੋਬਾਰ ਨਾ ਕਰੋ? ਪਿੰਡਾਂ ਦੇ ਵਿੱਚ ਹੁਣ ਤੇ ਵੈਸੇ ਲਗਭਗ ਸ਼ਰਾਬ ਦੇ ਠੇਕੇ ਖੁੱਲ ਚੁੱਕੇ ਆ। ਸ਼ਰਾਬ ਦੇ ਠੇਕੇ ਬੰਦ ਕਰਾਉਣ ਵਾਲੇ ਪਾਸੇ ਨੇ ਕਿਉਂ ਨਹੀਂ ਜਾਇਆ ਜਾਂਦਾ? ਜਦੋਂ ਇਹੋ ਜਿਹੀ ਘਟਨਾ ਵਾਪਰਦੀ ਆ ਉਦੋਂ ਆਪਾਂ ਸਭ ਸੜਕਾਂ ਤੇ ਹੁੰਨੇ ਆ ਜਾਂ ਪਰਿਵਾਰਾਂ ਦੇ ਨਾਲ ਜ਼ਰੂਰ ਖਲੋਂਦੇ ਆ। ਇਹ ਵੇਖੋ ਜੀ, ਅਸੀਂ ਯਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੈਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਭੁਪਿੰਦਰ ਸਿੰਘ ਪਨੋਈ ਤਖਤਮਲ। ਮੈਂ ਇੱਥੇ ਦੱਸਣਾ ਚਾਹਣਾ ਕਿ ਜੋ ਕੈਪਟਨ ਸਰਕਾਰ ਹੋਣ ਦੇ ਵਿੱਚ ਆਈ ਸੀ, ਸਾਬੋ ਕੀ ਤਲਵੰਡੀ ਦੇ ਗੁੜਕਾ ਸਾਹਿਬ ਸਿਰ ਤੇ ਰੱਖ ਕੇ ਉਹਨੇ ਸਹੁੰ ਖਾਧੀ ਸੀ 8 ਦਿਨਾਂ ਦੇ ਨਸ਼ਾ ਮੁਕਤ ਕਰ ਦੂੰਗਾ, ਪੰਜਾਬ 'ਚ ਨਸ਼ਾ ਨਹੀਂ ਲੱਭੂਗਾ। ਪਰ ਨਸ਼ਾ ਜਿਹੜਾ ਵਾ ਦੂਣਾ ਤੀਣਾ ਪੰਜਾਬ ਦੇ ਵਿੱਚ ਹੋ ਗਿਆ। ਇਹਦੇ ਵੀ ਜ਼ਿੰਮੇਵਾਰ ਕਿਹੜੀ ਆ? ਕੈਪਟਨ ਸਰਕਾਰ, ਕਿਸਾਨ ਜਥੇਬੰਦੀਆਂ ਨਹੀਂ। ਕਿਸਾਨ ਜਥੇਬੰਦੀਆਂ ਪਿੰਡ ਪਿੰਡ ਰੌਲਾ ਪਾ ਰਹੀਆਂ, ਲੋਕਾਂ ਨੂੰ ਲਾਮਬੰਦ ਕਰ ਰਹੀਆਂ ਵਾ। ਪਰ ਜਿਹੜੀ ਪੰਜਾਬ ਦੀ ਸਰਕਾਰ ਆ 10 ਸਾਲ ਪਹਿਲਾਂ ਰਾਜ ਕਰ ਗਈ ਆ ਜਾਂ ਜਿਹੜੀ ਹੁਣ ਰਾਜ ਕਰ ਰਹੀ ਆ, ਇਹ ਗੁਨਾਹ ਦਾ ਰੋਹ ਆ ਜੀ। ਅੱਜ ਮੌਤਾਂ ਕਿਹਦੇ ਕਾਰਨ ਹੋਇਆ? ਕੈਪਟਨ ਸਰਕਾਰ ਦੇ। ਕਿਉਂਕਿ ਜਿਹੜਾ ਨਸ਼ਾ ਵਾ, ਨਕੋਲ ਆਈ ਆ ਜਾਂ ਜ਼ਹਿਰ ਆਇਆ ਵਾ, ਇਹਦਾ ਕਿਉਂ ਨਹੀਂ ਸੈਂਪਲ ਭਰਿਆ ਗਿਆ ਠੇਕੇ ਦੇ ਉੱਤੇ? ਕਿਉਂ ਨਸ਼ਾ ਮਾੜਾ ਆਇਆ? ਇਸ ਟਾਈਮ ਤੇ 70 ਮੌਤਾਂ ਜਿਹੜੀਆਂ ਅੰਮ੍ਰਿਤਸਰ ਤਰਨਤਾਰਨ ਜ਼ਿਲ੍ਹੇ ਵਿੱਚ ਹੋ ਚੁੱਕੀਆਂ। ਕੋਈ ਅਧਿਕਾਰੀ ਇੱਥੇ ਸਾਰ ਲੈਣ ਵਾਸਤੇ ਨਹੀਂ ਆਇਆ, ਨਾ ਆਇਆ ਇੱਥੋਂ ਦਾ ਹਲਕੇ ਦਾ MLA, ਨਾ ਕੈਪਟਨ ਸਰਕਾਰ, ਨਾ ਕੋਈ DC, ਨਾ ਕੋਈ SSP, ਕਿਉਂਕਿ ਉਹ ਲੋਕਾਂ ਦੇ ਨਹੀਂ, ਉਹ ਠੇਕੇਦਾਰਾਂ ਦੇ, ਵਪਾਰੀਆਂ ਦੇ ਆ। ਇਸ ਕਰਕੇ ਕਿਸਾਨ ਜਥੇਬੰਦੀਆਂ ਦਾ ਪੱਕਾ ਵਿਰੋਧ ਪਹਿਲਾਂ ਤੋਂ ਵੀ ਹੁਣ ਹੀ ਵਿਰੋਧ ਆ ਵੀ ਇਹਦੇ ਜ਼ਿੰਮੇਵਾਰ ਕੌਣ ਆ? ਕੈਪਟਨ ਸਰਕਾਰ, ਪੰਜਾਬ ਦੀ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਆ। ਲੋਕਾਂ ਦੇ ਮੌਤ ਕਰਾਉਣ ਦੀ ਉਹ ਜ਼ਿੰਮੇਵਾਰ ਆ।
ਨਸ਼ਾ ਵੇਚਣ ਦੀ ਉਹ ਜ਼ਿੰਮੇਵਾਰ ਆ, ਸਮੈਕ ਵਿਕ ਰਹੀ ਆ, ਬਲਾਤਕਾਰ ਪਿੰਡਾਂ 'ਚ ਹੋ ਰਿਹਾ, ਉਹਦੀ ਜ਼ਿੰਮੇਵਾਰੀ ਕੌਣ ਹੈ? ਕੈਪਟਨ ਸਰਕਾਰ ਹੈ ਜੀ। ਜੇ ਬਿਹਾਰ ਵਰਗੇ ਰਾਜ ਦੇ ਵਿੱਚ ਸ਼ਰਾਬ ਬੰਦ ਹੋ ਸਕਦੀ ਆ ਤੇ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ, ਅਸੀਂ ਹਮੇਸ਼ਾ ਹੀ ਵਿਰੋਧ ਕਰਦੇ ਆ। ਸ਼ਾਇਦ ਜਦੋਂ ਬੱਚਾ ਜੰਮਦਾ ਉਸ ਤੋਂ ਬਾਅਦ ਅਸੀਂ ਹਰ ਇੱਕ ਚੀਜ਼ ਬਾਰੇ ਉਹਨੂੰ ਅਲਰਟ ਕੀਤਾ ਜਾਂਦਾ, ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਇਹ ਤੇਰੇ ਵਾਸਤੇ ਜ਼ਹਿਰ ਆ। ਚਿੱਟੇ ਨਾਲ ਸਾਡੇ ਲਗਭਗ ਨੌਜਵਾਨੀ ਦਾ ਬਹੁਤ ਵੱਡਾ ਘਾਣ ਕੀਤਾ ਸੀ, ਪਰ ਇਸ ਪਾਸੇ ਬੰਦ ਹੋਣ ਵਾਲੇ ਪਾਸੇ ਕਿਉਂ ਨਹੀਂ ਗੱਲ ਹੁੰਦੀ? ਨਸ਼ੇ ਬੰਦ ਹੋਣ ਦੀ ਸਹੁੰ ਜ਼ਰੂਰ ਖਾਧੀ ਜਾਂਦੀ, ਤੁਸੀਂ ਦੱਸਿਆ, ਪਰ ਸ਼ਰਾਬ ਦਾ ਨਸ਼ਾ ਨਹੀਂ ਲੱਗਦਾ ਤੁਹਾਨੂੰ ਕਿ ਸ਼ਰਾਬ ਦਾ ਨਸ਼ਾ ਨਹੀਂ ਹੈਗਾ ਜੀ? ਇਹਦੇ ਤੁਹਾਨੂੰ ਅੱਗੇ ਦੱਸਾਂ ਜ਼ਿੰਮੇਵਾਰ ਕੌਣ ਹੈ ਫਿਰ? ਜ਼ਿੰਮੇਵਾਰ ਜਿਹੜੇ ਗੱਦੀ ਤੇ ਬੈਠੇ ਆ, ਕਿਉਂ ਉਹਨਾਂ ਦਾ ਨਸ਼ਾ ਵਿਕ ਰਿਹਾ। ਨਸ਼ਾ ਕੌਣ ਵਿਕਾ ਰਿਹਾ? ਮਜੀਠੀਆ ਵਿਕਾ ਰਿਹਾ। ਨਸ਼ਾ ਕੌਣ ਵਿਕਾ ਰਿਹਾ? ਸਿੱਕੀ ਵਿਕਾ ਰਿਹਾ। ਮਜੀਠੀਆ ਤੇ ਹੁਣ ਪਾਵਰ 'ਚ ਨਹੀਂ ਹੈਗੇ ਨਾ, ਹੁਣ ਵਿਕ ਰਿਹਾ ਜੀ। ਵਿਰਸਾ ਵਲਟੋਆ ਵਿਕਾ ਰਿਹਾ। ਵਿਰਸਾ ਵਲਟੋਆ ਤੇ ਹੁਣੇ ਆਏ ਸੀ, ਤੁਸੀਂ ਉਹਨਾਂ ਗੱਲ ਕਾਹਦੇ ਵਾਸਤੇ ਆਏ ਜੀ? ਗੱਲ ਹੋ ਰਹੀ ਆ, ਅਸੀਂ ਨਾਅਰੇਬਾਜ਼ੀ ਸ਼ੁਰੂ ਕਰਤੀ, ਉਸ ਵੇਲੇ ਚੱਲ ਗਏ ਇੱਥੋਂ ਨਾਅਰੇਬਾਜ਼ੀ ਸ਼ੁਰੂ, ਫੋਟੋਆਂ ਲਾਉਣ ਆਇਆ। ਵਿਰਸਾ ਸਿੰਘ ਵਲਟੋਆ ਇਸ ਟਾਈਮ ਸਰਕਾਰ ਦਾ ਹਿੱਸਾ ਨਹੀਂਗਾ, ਮੈਨੂੰ ਲੱਗਦਾ ਜੇ ਵਿਕਾਉਂਦੇ ਵੀ ਹੋਣਗੇ ਤੈਨੂੰ ਫੜ ਲਿਆ ਜਾਂਦਾ। ਤੁਸੀਂ ਦੋ ਨਿਸ਼ਾਨੇ ਲਾ ਰਹੇ, ਅਕਾਲੀ ਦਲ ਤੇ ਕਾਂਗਰਸ ਤੇ। ਦੋਵੇਂ ਸਰਕਾਰਾਂ ਨਸ਼ਾ 10 ਸਾਲ ਇਹਨਾਂ ਵੇਚਿਆ, 5 ਸਾਲ ਹੋ ਗਏ ਇਹਨਾਂ ਇਹ ਵੇਚ ਰਿਹਾ ਜੀ। ਲੋਕਾਂ ਦਾ ਕੋਈ ਕਸੂਰ ਨਹੀਂ। ਮਾਰਨ ਵਾਲੇ ਕੌਣ ਆ? ਜਿਹੜੇ ਵੋਟਾਂ ਲੈ ਕੇ ਜਾਂਦੇ ਆ, ਭੋਲੇ ਭਾਲੇ ਲੋਕਾਂ ਤੋਂ ਵੋਟਾਂ ਲੈ ਜਾਂਦੇ ਆ। ਇਹ ਪੰਜਾਬ ਦੀਆਂ ਸਰਕਾਰਾਂ, ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਲੋਕਾਂ ਦਾ ਬੇੜਾ ਕਰ ਰਹੀਆਂ। ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਆਉਂਦੀ ਉਦੋਂ ਨਸ਼ਾ ਦਿੱਤਾ ਜਾਂਦਾ, ਵੇਖੋ ਜੀ, ਕਿਉਂਕਿ ਇਹ ਸਰਕਾਰਾਂ ਬੇੜਾ ਕਰ ਰਹੀਆਂ। ਜਿੰਨਾ ਚਿਰ ਸਰਕਾਰਾਂ ਨਹੀਂ ਸੁਧਰਦੀਆਂ ਉਹਨਾਂ 'ਚ ਸੁਧਾਰ ਨਹੀਂ ਹੋਣਾ, ਕਿਉਂਕਿ ਕੁਰਸੀ ਤੇ ਬਹਿ ਕੇ ਵਾਅਦੇ ਕਰਕੇ ਨਸ਼ਾ ਵੇਚ ਰਹੀਆਂ ਵਾ। ਸ਼ਾਸਨ ਵਾਸਤੇ ਗਿਆ ਜਾ ਰਿਹਾ। ਇੱਥੋਂ ਕੁਝ ਨੌਜਵਾਨ ਸੀ ਪਿੰਡਾਂ ਦੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲੇ ਜਾ ਚੁੱਕੇ ਆ। ਉਹਨਾਂ ਦੱਸਿਆ ਕਿ ਇੱਥੇ ਪ੍ਰਸ਼ਾਸਨ ਸ਼ਾਇਦ ਮਹੀਨਾ ਸ਼ਾਇਦ ਉਹਨੂੰ ਕਿਹਾ ਜਾਂਦਾ ਜਿਹੜਾ ਪੈਸੇ ਦਿੱਤੇ ਜਾਂਦੇ ਆ, ਤੇ ਉਹ ਪੈਸੇ ਦੇ ਕੇ ਸ਼ਰਾਬ ਵਿਕਾਈ ਜਾ ਰਹੀ ਹੈ। ਇਹਦੇ ਵਾਸਤੇ ਕਿੰਨੀ ਕੁ ਚਾਹੀਦੀ? ਇਹ ਵੇਖੋ ਜੀ, ਸਦਰ ਥਾਣੇ ਦੇ ਥੱਲੇ ਜਿੰਨੀਆਂ ਮੌਤਾਂ ਹੋਈਆਂ ਵਾ, ਸਦਰ ਥਾਣੇ ਦੇ SSP ਨੂੰ, SHO ਨੂੰ, DSP ਨੂੰ, ਇੱਥੋਂ ਦੇ SSP ਨੂੰ ਸਾਰਾ ਪਤਾ ਵੀ ਪੰਡੋਰੀ ਦੇ ਵਿੱਚ ਜਾਂ ਹੋਰਨਾਂ ਪਿੰਡਾਂ ਦੇ ਵਿੱਚ ਜਿਹੜੀ ਆ ਸ਼ਰਾਬ ਧੜਾ ਵਿਕ ਰਹੀ ਆ। ਕੋਈ ਫੜਨ ਨੂੰ ਤਿਆਰ ਨਹੀਂ। ਉਹ ਤੁਹਾਡੇ ਸਾਹਮਣੇ ਵੀ ਮਹੀਨੇ ਲੈ ਰਹੇ ਆ, ਮਹੀਨੇ ਲੈ ਕੇ ਜਿਹੜੇ ਆ ਸ਼ਰਾਬ ਵਿਕਾਈ ਜਾ ਰਹੀ ਆ। ਜੇ ਪੁਲਿਸ ਜਿਹੜੀ ਆ ਇਹ ਕੰਮ ਕਵੇ, ਹੁਣ ਅਸੀਂ ਸੜਕ 'ਤੇ ਝੰਡਾ ਲੈ ਕੇ ਆਉਣੇ ਆ ਤੇ ਆਂਦੇ ਤੁਹਾਡੇ ਪਰਚੇ ਕਰ ਦਾਂਗੇ, ਇਹਨਾਂ ਨੂੰ ਪਤਾ ਨਹੀਂ ਨਸ਼ਾ ਵੇਚ ਰਿਹਾ, ਪੰਡੋਰੀ ਨਸ਼ਾ ਵਿਕ ਰਿਹਾ ਜਾਂ ਹੋਰਨਾਂ ਪਿੰਡਾਂ ਨਸ਼ਾ ਵਿਕ ਰਿਹਾ। ਉੱਧਰਲੇ ਬੰਨੇ ਕੋਈ ਧਿਆਨ ਨਹੀਂ। ਕਿਉਂ? ਮਗਰ MLA ਖਲੋਤਾ। MLA ਦਾ ਫੋਨ ਆ ਜਾਣਾ, ਮੇਰਾ ਬੰਦਾ ਵਾ। ਹੁਣ ਕੱਲ ਗੰਡੀ ਪਿੰਡ ਦੇ ਵਿੱਚ 8 ਸਾਲ ਦੀ ਕੁੜੀ ਨਾਲ ਬਲਾਤਕਾਰ ਹੋ ਕੇ ਉਹਦੀ ਮੌਤ ਹੋ ਗਈ ਆ। ਹਲਕੇ ਦੇ MLA ਨੇ 4 ਬੰਦੇ ਛਡਾਤੇ ਆ। ਸਾਡੀ ਜਥੇਬੰਦੀ ਨੇ ਜਦੋਜਹਿਦ ਕਰਕੇ ਪਰਚੇ ਦਰਜ ਕਰਵਾਏ ਆ, ਬੰਦੇ ਫੇਰ ਅੰਦਰ ਕਰਵਾਏ ਆ। ਵੀਰ ਜੀ, ਤੁਸੀਂ ਇੱਕ ਸਵਾਲ ਜ਼ਰੂਰ ਕੀਤਾ। ਜੇ ਮੈਂ ਇੱਕ ਗੱਲ ਕਰਾਂ, UAPA ਦੇ ਵਿੱਚ ਵੀ ਕਾਫੀ ਮੁੰਡੇ ਅੰਦਰ ਜਾ ਚੁੱਕੇ ਆ। ਉਹ ਸ਼ਾਇਦ ਇੱਕ ਕਮੈਂਟ ਕਰ ਦਿੱਤਾ ਜਾਂਦਾ ਜਾਂ ਫੇਸਬੁੱਕ ਤੇ ਕੁਝ ਲਿਖ ਦਿੱਤਾ ਜਾਂਦਾ, ਉਹਦੇ ਬਾਰੇ ਤੇ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ। ਇੰਨੀ ਵੱਡੀ ਪੱਧਰ ਤੇ ਮਾਫੀਆ ਸਰਗਰਮਾ, ਚਿੱਟਾ ਵੇਚਿਆ ਜਾ ਰਿਹਾ ਵਾ, ਮਾਫੀਆ ਸ਼ਰਾਬ ਮਾਫੀਆ ਸਰਗਰਮਾ, ਹੋਰ ਕਈ ਮਾਫੀਏ ਆ, ਪਰ ਇਹਨਾਂ ਤੇ ਲਗਾਮ ਕਿਉਂ ਨਹੀਂ ਕੱਸੀ ਜਾ ਰਹੀ? ਇਹ ਫਿਰ ਇਹਨਾਂ ਦੇ ਆਪਣੇ ਆ ਜੀ, ਆਪ ਵਿਕਾ ਰਹੇ ਆ ਨਾ, ਤਾਂ ਨਹੀਂ ਕੱਸੀ ਜਾ ਰਹੀ। ਆਪ ਵਿਕਾ ਰਹੇ ਆ। ਜੇ ਆਪ ਨਾ ਵਿਕਾਉਂਦੇ ਤਾਂ ਲਗਾਮ ਕੱਸੀ ਜਾਵੇ। ਉਹ ਜਿਨ੍ਹਾਂ ਦੇ ਪਰਚੇ ਦਰਜ ਹੋਣੇ ਉਹ ਆਪਣੇ ਨਹੀਂ ਗਏ, ਉਹ ਇਹਨਾਂ ਨੂੰ ਵੋਟਾਂ ਪਾਏ ਕੁਰਸੀ ਤੇ ਪਾ ਦਿੰਦੇ ਆ। ਕਾਨੂੰਨ ਕਿਹਦੇ ਹੱਕ 'ਚ ਬਣਦਾ? ਨਸ਼ਾ ਵੇਚਣ ਵਾਲੇ ਦੇ। ਕਾਨੂੰਨ ਉਲਟ ਬਣਦਾ, ਆਪਣੇ ਤੁਹਾਡੇ ਸਾਡੇ ਹੱਕ 'ਚ ਕਾਨੂੰਨ ਨਹੀਂ ਬਣਨਾ। ਧੰਨਵਾਦ ਜੀ। ਕਿਸਾਨ ਜਥੇਬੰਦੀਆਂ ਵੀ ਹਮੇਸ਼ਾ ਹੀ ਸੰਘਰਸ਼ ਦੇ ਵਿੱਚ ਆਉਂਦੀਆਂ। ਇਹਨਾਂ ਦੱਸਿਆ ਕਿ ਜੇ ਪਿੰਡਾਂ ਦੀ ਕਿਤੇ ਲੋੜ ਪਈ ਹੈਗੀ ਆ, ਕਿਸਾਨ ਜਥੇਬੰਦੀ ਸੰਘਰਸ਼ ਦੇ ਵਿੱਚ ਆਈ। ਜੇ ਹੁਣ ਮੌਤਾਂ ਹੋ ਚੁੱਕੀਆਂ ਫਿਰ ਉਹ ਅੱਗੇ ਆਏ ਆ। ਕੱਲ ਦੀ ਘਟਨਾ ਜਿਹੜੀ ਇਹਨਾਂ ਦੱਸਿਆ ਹੈਗਾ ਕਿ ਇੱਕ ਪਿੰਡ ਦੇ ਵਿੱਚ ਬਲਾਤਕਾਰ ਹੋ ਜਾਂਦਾ, ਵੀ ਤਰਨਤਾਰਨ ਦੀ ਗੱਲ ਆ, ਪਰ ਬਲਾਤਕਾਰ ਹੋਣ ਤੋਂ ਬਾਅਦ 'ਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਤਾਂ ਬਲਾਤਕਾਰੀਆਂ ਨੂੰ। ਉੱਥੇ ਵੀ ਕਿਸਾਨ ਜਥੇਬੰਦੀ ਜਾਂਦੀ ਆ ਤੇ 4 ਜਣਿਆਂ ਨੂੰ ਜਿਹਨੂੰ ਪਹਿਲਾਂ ਛੱਡਿਆ ਹੁੰਦਾ ਫਿਰ ਉਹ 'ਤੇ ਪਰਚੇ ਦਰਜ ਕਰਾਏ ਜਾਂਦੇ ਆ। ਪਹਿਲਾਂ ਛੱਡ ਦਿੱਤਾ ਜਾਂਦਾ, ਉਸ ਤੋਂ ਬਾਅਦ ਦੇ ਵਿੱਚ ਫਿਰ ਪਰਚੇ ਦਰਜ ਹੁੰਦੇ ਆ। ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਆ। ਕਈ ਪਿੰਡਾਂ ਦੀ ਕਹਾਣੀ ਬਿਆਨ ਕਰ ਰਹੇ ਆ, ਤਰਨਤਾਰਨ ਦੀ ਤੇ ਤੁਹਾਨੂੰ ਅੰਮ੍ਰਿਤਸਰ ਦੇ ਕੁਝ ਪਿੰਡਾਂ ਵਿੱਚ ਲੈ ਕੇ ਚੱਲਾਂਗੇ ਤੇ ਗੁਰਦਾਸਪੁਰ ਹਲਕੇ 'ਚ ਵੀ ਜੋ ਕੁਝ ਹੋਇਆ, ਇਹ ਸ਼ਾਇਦ ਕਿਸੇ ਇੱਕ ਪਿੰਡ ਦੀ ਕਹਾਣੀ ਨਹੀਂ। ਅਲਕੋਹਲ ਇੱਕ ਥਾਂ ਨਹੀਂ ਵਿਕੀ, ਅਲਕੋਹਲ ਕਈਆਂ ਥਾਵਾਂ 'ਤੇ ਗਈ, ਪਰ ਅਲਕੋਹਲ ਆਈ ਕਿੱਥੋਂ, ਇਹਦੇ ਬਾਰੇ ਜ਼ਰੂਰ ਵੇਖਣਾ ਪਊਗਾ। ਇੱਕ ਪਾਸੇ ਤੇ ਸਰਕਾਰ ਵੱਡੇ ਪੱਧਰ ਦੀ ਜ਼ਿੰਮੇਵਾਰੀ ਸਮਝ ਰਹੀ ਹੈ ਕਿ ਇਹਦੇ ਉੱਤੇ ਪੜਤਾਲ ਬੈਠੂਗੀ, ਕਮੇਟੀ ਬਣੂਗੀ, ਪਰ ਇੱਕ ਪਾਸੇ ਇੱਕ ਸਵਾਲੀਆ ਚਿੰਨ੍ਹ ਲੱਗ ਚੁੱਕਾ ਕਿ ਖਡੂਰ ਸਾਹਿਬ ਦੇ MLA ਦਾ PA ਸਿੱਕੀ ਜਿਨ੍ਹਾਂ ਦਾ ਕਿ PA ਹੈਗੇ ਆ, ਉਹ ਹੀ ਸਾਰਾ ਧੰਦਾ ਕਰਵਾ ਰਹੇ ਆ। ਕਿਸਾਨ ਜਥੇਬੰਦੀ ਨੇ ਇਹੋ ਗੱਲ ਕੀਤੀ ਆ, ਉਸ ਪਰਿਵਾਰਾਂ ਨੇ ਇਹ ਗੱਲਬਾਤ ਕੀਤੀ ਆ। ਕੱਦਗਿੱਲ ਪਿੰਡ ਤੋਂ ਇੱਕ ਨੌਜਵਾਨ ਜਿਹਦੇ ਪਿਤਾ ਦੀ ਡੈਥ ਹੋ ਚੁੱਕੀ ਆ, ਉਹਨੇ ਵੀ ਇਹੋ ਗੱਲ ਕਹੀ ਆ। ਤੇ ਜੇ ਆਪ ਹੀ ਸਰਕਾਰ ਇਹ ਕੰਮ ਕਰਾ ਰਹੀ ਆ ਤੇ ਫਿਰ ਛੱਡ ਕਿੱਦਾਂ ਸਕਦੇ ਆ? ਇੱਕ ਸਵਾਲ ਜ਼ਰੂਰ ਹੈਗਾ, ਅਲਕੋਹਲ ਕਿੱਥੋਂ ਆਈ ਤੇ ਕਿਸ ਨੇ ਭੇਜੀ? ਇਹਦੇ ਉੱਤੇ ਜ਼ਰੂਰ ਪਰਚਾ ਦਰਜ ਹੋਣਾ ਚਾਹੀਦਾ। 10-10 ਲੀਟਰ ਵਾਲਿਆਂ ਨੂੰ, ਜਿੱਦਾਂ ਹੁਣੇ ਭੈਣ ਨੇ ਕਿਹਾ ਕਿ 10-10 50-50 ਲੀਟਰ ਦੇ ਫੜੇ ਜਾਣਗੇ, ਪਰ ਪ੍ਰਸ਼ਾਸਨ ਨੂੰ ਥੋੜ੍ਹਾ ਪਿੱਛੇ ਵੀ ਜਾਣਾ ਪਊਗਾ ਕਿ ਇਹਦੇ ਵੱਡੇ ਮਗਰਮੱਛ ਕੌਣ ਆ, ਉਹ ਮਗਰਮੱਛਾਂ ਨੂੰ ਫੜਨਾ ਪਊਗਾ।
ਆਮ ਆਦਮੀ ਪਾਰਟੀ ਤੋਂ ਵੀ ਬਲਜਿੰਦਰ ਕੌਰ ਜੀ ਇਸ ਟਾਈਮ ਪਹੁੰਚ ਚੁੱਕੇ ਇੱਥੇ ਤੇ ਲਾਸ਼ ਵੀ ਲਾਗੇ ਵੇਖ ਸਕਦੇ ਆ ਜੇ ਟੈਂਪੂ ਦੇ ਵਿੱਚ ਸ਼ਾਇਦ ਹੁਣੇ ਹੀ ਆਈ ਹੈ ਕਿ ਲੈ ਕੇ ਚੱਲੇ। ਇਹਦੇ ਬਾਰੇ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ। ਪਰ ਜੋ ਮੌਤ ਦਾ ਤਾਂਡਵ ਹੋਇਆ, ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਨੇਤਾ ਵੀ ਹੈਗੇ ਆ, ਵਿਰੋਧੀ ਧਿਰ ਕਿਵੇਂ ਦੇਖ ਰਹੀ ਅਸੀਂ ਇਹਨੂੰ? ਦੇਖੋ, ਅਸੀਂ ਅੱਜ ਇੰਨਾ ਵੱਡਾ ਜਿਹੜਾ ਦੁਖਾਂਤ ਵਾਪਰਿਆ, ਜਿਹੜੀ ਅਖਬਾਰ ਦੀਆਂ ਸੁਰਖੀਆਂ ਬੋਲ ਰਹੀਆਂ ਨੇ ਕਿ ਕਰੀਬ 42 ਮੌਤਾਂ ਜਿਹੜੀਆਂ ਹੋ ਗਈਆਂ ਨੇ। ਮੈਂ ਕਹਿੰਦੀ ਹਾਂ 42 ਤੋਂ ਵੀ ਵੱਧ। ਜਦੋਂ ਦੇ ਅਸੀਂ ਹਸਪਤਾਲ ਪਹੁੰਚੇ ਹਾਂ ਤਾਂ ਹਰ 10-15 ਮਿੰਟ ਬਾਅਦ, ਅੱਧੇ ਘੰਟੇ ਬਾਅਦ ਪਤਾ ਲੱਗਦਾ ਕਿ ਇੱਕ ਡੈੱਡ ਬੋਡੀ ਜਿਹੜੀ ਹੋਰ ਆ ਰਹੀ ਆ। ਔਰ ਮੈਂ ਕਹਿੰਦੀ ਹਾਂ ਜੀ ਇਹ ਬਹੁਤ ਨਿੰਦਣਯੋਗ, ਬਹੁਤ ਮੰਦਭਾਗਾ ਜਿਹੜਾ ਸਮਾਂ ਇਸ ਵੇਲੇ ਪੰਜਾਬ ਨੂੰ ਦੇਖਣਾ ਪੈ ਰਿਹਾ, ਇਹਨਾਂ ਪਰਿਵਾਰਾਂ ਨੂੰ ਦੇਖਣਾ ਪੈ ਰਿਹਾ। ਇਹਦੀ ਬਦੌਲਤ, ਇਹਦਾ ਰੀਜ਼ਨ ਜਿਹੜਾ ਆ ਉਹ ਕੈਪਟਨ ਸਰਕਾਰ ਜ਼ਿੰਮੇਵਾਰ ਆ। ਔਰ ਜਿੱਥੇ ਮੈਂ ਕਹਿੰਦੀ ਹਾਂ ਵੀ ਇੱਕ ਘਟਨਾ ਵਾਪਰ ਗਈ, ਦੁਖਾਂਤ ਉਦੋਂ ਵਾਪਰਦਾ ਆ ਜਦੋਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਨਹੀਂ ਕਰਨ ਆਇਆ ਔਰ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਮੁਲਾਜ਼ਮ ਸਰਕਾਰਾਂ ਨੇ ਨਹੀਂ ਭੇਜਿਆ ਨਾ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ। ਔਰ ਸਭ ਤੋਂ ਵੱਡੀ ਗੱਲ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਗੱਡੀਆਂ ਦੇ ਵਿੱਚ ਤੇ ਆਟੋਆਂ ਦੇ ਵਿੱਚ ਜਿਹੜੀਆਂ ਲਾਸ਼ਾਂ ਨੇ ਉਹ ਹਸਪਤਾਲਾਂ ਦੇ ਵਿੱਚ ਪਈਆਂ ਹੋਈਆਂ। ਕੀ ਗੱਲ ਸਰਕਾਰਾਂ ਦੀਆਂ ਮਤਲਬ ਇੰਨਾ ਵੀ ਨਹੀਂ ਰਿਹਾ ਕਿ ਉਹ ਲਾਸ਼ਾਂ ਨੂੰ ਤਾਂ ਕਮ ਸੇ ਕਮ ਛਾਵੇਂ ਰੱਖ ਕੇ ਉਹਨਾਂ ਦੀ ਕੋਈ ਪੁੱਛ ਪੜਤਾਲ ਕਰ ਲੇ। ਉੱਪਰੋਂ ਪਰਿਵਾਰਾਂ ਦਾ ਦੱਸਣਾ ਆ ਕਿ ਕਿਸੇ ਵੀ ਡੈੱਡ ਬੋਡੀ ਦਾ ਜਿਹੜਾ ਆ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾ ਰਿਹਾ। ਤਾਂ ਸਾਫ਼ ਤੇ ਸਪਸ਼ਟ ਆ ਕਿ ਸਰਕਾਰ ਆਪਣੀ ਮਾਫੀਆ ਨੂੰ ਲੁਕਾਉਣ ਦੇ ਲਈ, ਆਪਣੀ 2 ਨੰਬਰ ਦੀ ਸ਼ਰਾਬ ਦੀ ਕਮਾਈ ਆ ਜਿਹੜੀ ਉਹਨੂੰ ਲੁਕਾਉਣ ਦੇ ਲਈ, ਉਹਨੂੰ ਸਾਰਾ ਕੁਝ ਆਪਣੇ ਜਿਹੜੇ ਕਾਰੋਬਾਰ ਨੇ, ਜਿਹੜੀ ਇੱਕ ਚੇਨ ਚੱਲ ਰਹੀ ਹੈ ਮਾਫੀਏ ਦੀ, ਉਹਨੂੰ ਬਚਾਉਣ ਦੇ ਲਈ ਸਰਕਾਰ ਸਾਰਾ ਕੁਝ ਜਿਹੜਾ ਇਹ ਕਰ ਰਹੀ ਹੈ। ਇਸੇ ਕਰਕੇ ਮਤਲਬ ਇਹਨਾਂ ਪਰਿਵਾਰਾਂ ਨਾਲ ਦੁੱਖ ਨਹੀਂ ਸਾਂਝਾ ਕੀਤਾ ਜਾ ਰਿਹਾ। ਇਸੇ ਕਰਕੇ ਕੋਈ ਲੱਥੀ ਚੜੀ ਦੀ ਨਹੀਂ ਸਰਕਾਰ ਨੂੰ ਔਰ ਇਸੇ ਹੀ ਕਰਕੇ ਡੈੱਡ ਬੋਡੀਜ਼ ਦੀ ਪਰਵਾਹ ਨਹੀਂ। ਔਰ ਇਹੀ ਇੱਕ ਵੱਡਾ ਰੀਜ਼ਨ ਆ ਕਿ ਸਰਕਾਰ ਇਹਨਾਂ ਡੈੱਡ ਬੋਡੀਜ਼ ਦਾ ਪੋਸਟਮਾਰਟਮ ਨਹੀਂ ਹੋਣ ਦੇ ਰਹੀ। ਥੋੜੀ ਦੇਰ ਪਹਿਲਾਂ ਇੱਥੇ ਐਮਐਲਏ ਸਾਹਿਬ ਦੇ ਕੁਝ ਨੁਮਾਇੰਦੇ ਭੇਜੇ ਸੀ ਜਿਨ੍ਹਾਂ ਨੇ ਪਰਿਵਾਰਾਂ ਨੂੰ ਧਮਕੀਆਂ ਵੀ ਦਿੱਤੀਆਂ। ਉਹਨਾਂ ਦੱਸਿਆ ਕਿ ਸਾਨੂੰ ਇੱਥੋਂ ਜਾਣ ਵਾਸਤੇ ਕਿਹਾ ਗਿਆ, ਧਮਕੀਆਂ ਵੀ ਦਿੱਤੀਆਂ ਗਈਆਂ ਕਿ ਆਪਣੀਆਂ ਲਾਸ਼ਾਂ ਚੁੱਕੋ ਤੇ ਵਾਪਸ ਲੈ ਜਾਓ ਤੁਸੀਂ। ਸਰਕਾਰ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ। ਸਰਕਾਰ ਨੇ ਇੱਕ ਵਾਅਦਾ ਇਹ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ। ਇੱਕ ਵਾਅਦਾ ਇਹ ਕੀਤਾ ਸੀਗਾ ਕਿ ਅਸੀਂ ਲਾਅ ਐਂਡ ਆਰਡਰ ਜਿਹੜਾ ਆ ਉਹਨੂੰ ਪਹਿਲ ਦੇ ਆਧਾਰ ਤੇ ਚਲਾਵਾਂਗੇ। ਸਰਕਾਰ ਅੱਜ ਹਰ ਫਰੰਟ ਤੋਂ ਪਿੱਟਦੀ ਹੋਈ, ਹਰ ਫਰੰਟ ਤੋਂ ਫੇਲ ਹੁੰਦੀ ਹੋਈ, ਲਾਅ ਐਂਡ ਆਰਡਰ ਦਾ ਫੇਲੀਅਰ ਆ ਔਰ ਉੱਪਰੋਂ ਆ ਕੇ ਧਮਕੀਆਂ ਦੇਣੀਆਂ। ਮੈਂ ਕਹਿੰਦੀ ਹਾਂ ਜੀ ਇਹ ਗੁੰਡਾਗਰਦੀ ਜਿਹੜੀ ਅਕਾਲੀ ਦਲ 'ਚ ਚੱਲਦੀ ਸੀਗੀ ਉਹੀ ਗੁੰਡਾਗਰਦੀ ਇਸ ਵੇਲੇ ਕਾਂਗਰਸ ਵੇਲੇ ਚੱਲ ਰਹੀ ਹੈ। ਸੋ ਬਿਲਕੁਲ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਆਮ ਆਦਮੀ ਪਾਰਟੀ ਇਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ, ਇਹਨਾਂ ਸਾਰੇ ਆਮ ਲੋਕਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਅੱਜ ਕਮਾਊ ਜੀ ਘਰਾਂ ਦੇ ਵਿੱਚੋਂ ਚਲੇ ਗਏ ਨੇ। ਅਸੀਂ ਮੰਗ ਕਰਦੇ ਹਾਂ ਕਿ 302 ਦੇ ਪਰਚੇ ਦਰਜ ਕਰਕੇ ਉਹਨਾਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਔਰ 20-20 ਲੱਖ ਰੁਪਏ ਜਿਹੜਾ ਮੁਆਵਜ਼ਾ ਇਹਨਾਂ ਪਰਿਵਾਰਾਂ ਨੂੰ ਦਿੱਤਾ ਜਾਵੇ। ਫਿਰ ਜਾ ਕੇ ਇਹਨਾਂ ਨੂੰ ਇਨਸਾਫ ਮਿਲੂਗਾ। ਜੇ ਮੰਨ ਲਓ ਇਨਸਾਫ ਨਹੀਂ ਮਿਲਦਾ, ਕਿਉਂਕਿ ਗਿਣਤੀ ਬਹੁਤ ਵੱਡੀ ਹੋ ਰਹੀ ਆ, ਲਗਾਤਾਰ ਵੇਖ ਰਹੇ ਆ, 1 ਘੰਟੇ ਤੋਂ ਅਸੀਂ ਵੀ ਕੋਈ ਲਾਸ਼ ਆ ਰਹੀ ਹੈ, ਕੋਈ ਜਾ ਰਹੀ ਆ, ਫਿਰ ਆਮ ਆਦਮੀ ਪਾਰਟੀ ਕੀ ਕਦਮ ਚੁੱਕੇਗੀ? ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਸ ਮਸਲੇ ਨੂੰ ਚੱਕਾਂਗੇ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਖੜੀਆਂ, ਲੋਕਾਂ ਦੀ ਆਵਾਜ਼ ਬਣ ਕੇ ਖੜਦੀ ਆਈ ਆ ਤੇ ਖੜੂਗੀ। ਔਰ ਅਸੀਂ ਉਦੋਂ ਤੱਕ ਇੱਥੇ ਡਟੇ ਰਹਾਂਗੇ ਜਦੋਂ ਤੱਕ ਇਹਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਦਾ। ਪਰਿਵਾਰਾਂ ਨੂੰ ਇਨਸਾਫ ਮਿਲਣਾ, ਪਰਿਵਾਰਾਂ ਦੀ ਤਸੱਲੀ ਹੋਣੀ, ਪਰਿਵਾਰਾਂ ਦੀ ਸੈਟੀਸਫੈਕਸ਼ਨ ਹੋਣੀ ਆਮ ਆਦਮੀ ਪਾਰਟੀ ਦਾ ਧਰਮ ਰਹੂਗਾ। ਅਲਕੋਹਲ ਜਿੱਥੋਂ ਆਈ ਆ ਉਹਦੇ ਬਾਰੇ ਵੀ ਕਾਰਵਾਈ ਹੋਣੀ ਚਾਹੀਦੀ ਆ। ਤੁਹਾਨੂੰ ਲੱਗਦਾ ਕਿ ਜਿੱਥੇ 10-10 ਲੀਟਰ ਵਿਕੀ ਆ ਕੇਵਲ ਉਹਨਾਂ ਤੇ ਕਾਰਵਾਈ? ਪਿਛਲੇ ਕਾਫੀ ਸਮੇਂ, ਲੰਬੇ ਸਮੇਂ ਤੋਂ ਇਸ ਗੱਲ ਦਾ ਜਿਹੜਾ ਰੌਲਾ ਪੈ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਮਾਫੀਏ ਨੇ ਉਹ ਚੱਲ ਰਹੇ ਨੇ। ਲੈਂਡ ਮਾਫੀਆ ਚੱਲ ਰਿਹਾ, ਸੈਂਡ ਮਾਫੀਆ ਚੱਲ ਰਿਹਾ, ਮਾਈਨਿੰਗ ਮਾਫੀਆ ਚੱਲ ਰਿਹਾ, ਟਰਾਂਸਪੋਰਟ ਮਾਫੀਆ ਚੱਲ ਰਿਹਾ, ਲਿਕਰ ਮਾਫੀਆ ਚੱਲ ਰਿਹਾ, ਜਿਹਨੇ ਅੱਜ ਘਰਾਂ ਦੇ ਘਰ ਜਿਹੜੇ ਉਜਾੜ ਕੇ ਬਰਬਾਦ ਕਰਕੇ ਰੱਖ ਦਿੱਤੇ ਔਰ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਬਣੀ। ਇਹਦਾ ਮਤਲਬ ਕੀ ਹੈ ਕਿ ਜਦੋਂ ਸਰਕਾਰ ਇਸ ਮਾਫੀਆ ਨੂੰ ਰਨ ਆਊਟ ਕਰ ਰਹੀ ਹੈ ਤਾਂ ਸਰਕਾਰ ਖੁਦ ਇਹਦੇ ਵਿੱਚ ਮਿਲੀ ਹੋਈ ਆ, ਖੁਦ ਇਹਨਾਂ ਮਾਫੀਆ ਨੂੰ ਚਲਾ ਰਹੀ ਆ। ਉਹ ਇੱਕ ਚੇਨ ਆ ਜਿਹਨੂੰ ਸਰਕਾਰ ਬ੍ਰੇਕ ਨਹੀਂ ਕਰਨਾ ਚਾਹੁੰਦੀ। ਸਿੱਧੀ ਜੀ ਗੱਲ ਆ, ਆਮ ਲੋਕਾਂ ਦਾ ਖੂਨ ਚੂਸ ਕੇ ਸਰਕਾਰ ਜਿਹੜੇ ਆਪਦੇ ਘਰ ਭਰ ਰਹੀ ਹੈ। ਆਮ ਲੋਕਾਂ ਦਾ ਖੂਨ ਚੂਸ ਕੇ ਸ਼ਾਇਦ ਸਰਕਾਰਾਂ ਆਪਣੇ ਘਰ ਤੇ ਭਰ ਸਕਦੀਆਂ, ਪਰ ਇਹ ਦਰਦ ਕਿੱਦਾਂ ਵੰਡਾਇਆ ਜਾਊਗਾ? ਜਦੋਂ ਵੋਟਾਂ ਪਾਈਆਂ ਜਾਂਦੀਆਂ ਉਦੋਂ ਵੀ ਇਹਨਾਂ ਦੇ ਦੁੱਖ ਦੀ ਰਗ ਤੇ ਹੱਥ ਜ਼ਰੂਰ ਰੱਖਿਆ ਜਾਂਦਾ। ਉਸ ਟਾਈਮ ਤੇ ਇੱਕ ਆਵਾਜ਼ ਆਈ ਸੀ ਕਿ ਨਸ਼ਾ ਬੰਦ ਕਰ ਦਿਆਂਗੇ ਪੰਜਾਬ ਦੇ ਵਿੱਚੋਂ, ਕੁਝ ਮਹੀਨਿਆਂ ਦੇ ਵਿੱਚ ਲੱਕ ਤੋੜ ਦਿਆਂਗੇ ਨਸ਼ੇ ਦਾ, ਪਰ ਨਾ ਤੇ ਲੱਕ ਟੁੱਟਾ ਪਰ ਉਹ ਨਸ਼ਾ ਵੀ ਜਿਉਂਦਾ ਤਿਉਂ ਵੇਖ ਰਿਹਾ। ਤੇ ਇਸ ਟਾਈਮ ਸ਼ਰਾਬ, ਜਿਹਨੂੰ ਸ਼ਾਇਦ ਨਸ਼ਾ ਨਹੀਂ ਕਿਹਾ ਜਾਂਦਾ, ਤੁਸੀਂ ਠੇਕੇ ਤੇ ਜਿੰਨੀ ਮਰਜ਼ੀ ਲੈ ਕੇ ਪੀ ਸਕਦੇ ਹੋ, ਪਰ ਉਹ ਜਦੋਂ ਪਿੰਡਾਂ ਦੇ ਵਿੱਚ ਵਿਕਦੀ ਆ ਤੇ ਉਹ ਨਜਾਇਜ਼ ਹੋ ਜਾਂਦੀ ਆ। ਉਹ ਨਜਾਇਜ਼ ਸ਼ਰਾਬ ਨੇ ਵੇਖ ਸਕਦੇ ਆ ਕੀ ਤਾਂਡਵ ਮਚਾਇਆ। ਜੀ ਆਪਾਂ ਮਾਝੇ ਦੀ ਗੱਲ ਕਰਦੇ ਹਾਂ, ਮਾਝੇ ਦੇ ਵਿੱਚ ਵੱਡੀ ਤਬਾਹੀ ਕੀਤੀ ਹੈ ਸ਼ਰਾਬ ਨੇ। ਆਉਣ ਵਾਲੇ ਸਮੇਂ 'ਤੇ ਸਰਕਾਰਾਂ ਨੂੰ ਕੇਵਲ ਪੈਸਾ ਹੀ ਮੁੱਖ ਰੱਖਣਾ ਜਾਂ ਇਹੋ ਜਿਹੇ ਜਿਹੜੇ ਕਿ ਮਾਫੀਆ ਹੈਗੇ ਆ, ਉਹ ਭਾਵੇਂ ਸ਼ਰਾਬ ਮਾਫੀਆ ਵਾ, ਲੈਂਡ ਮਾਫੀਆ ਵਾ, ਉਹਨਾਂ 'ਤੇ ਵੀ ਸਕੰਜਾ ਕੱਸਿਆ ਜਾਊਗਾ। ਆਮ ਆਦਮੀ ਪਾਰਟੀ ਤੋਂ ਵੀ ਬਲਜਿੰਦਰ ਕੌਰ ਜੀ ਜਿਹੜੇ ਕਿ ਐਮਐਲਏ ਆ, ਕਹਿੰਦੇ ਕਿ ਸੰਘਰਸ਼ ਜ਼ਰੂਰ ਲੜਾਂਗੇ। ਵੇਖਦੇ ਆ ਪਰਿਵਾਰਾਂ ਦੇ ਨਾਲ ਕਿੰਨਾ ਚਿਰ ਖਲੋਂਦੇ ਆ ਕਿ ਸ਼ਾਇਦ ਫਾਰਮੈਲਿਟੀਆਂ ਪੂਰੀਆਂ ਕਰਕੇ ਤਾਂ ਨਹੀਂ ਵਾਪਸ ਜਾਂਦੇ।
ਇਹ ਤੇ ਆਉਣ ਵਾਲਾ ਸਮਾਂ ਦੱਸੂਗਾ। ਕਿਉਂਕਿ ਜੇ ਪਿੰਡਾਂ ਦੀ ਗੱਲ ਕਰਦੇ ਆ, ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਵਿਕ ਰਹੀ ਆ। ਸ਼ਰਾਬ ਵੇਚਣ ਵਾਲੇ ਮਹੀਨਾ ਭਰ ਰਹੇ ਆ। ਮਹੀਨੇ ਭਰਨ ਦਾ ਮਤਲਬ ਕਿ ਪ੍ਰਸ਼ਾਸਨ ਨੂੰ ਪੈਸੇ ਪਹੁੰਚਦੇ ਕੀਤੇ ਜਾਂਦੇ ਆ ਤਾਂ ਹੀ ਸ਼ਰਾਬ ਵਿਕਦੀ ਆ। ਇਹ ਪਿੰਡ ਵਾਲਿਆਂ ਦਾ ਅਕਾਲ ਚੈਨਲ ਹੀ ਕਹਿ ਰਿਹਾ, ਪਿੰਡ ਦੇ ਲੋਕ ਇੱਥੇ ਕਹਿ ਰਹੇ ਆ ਕਿ ਸ਼ਰਾਬ ਤੋਂ ਪ੍ਰਸ਼ਾਸਨ ਦੇ ਘਰ ਭਰੇ ਜਾ ਰਹੇ ਆ। ਇਹ ਵੇਖ ਸਕਦੇ ਲਾਸ਼ਾਂ ਦੀ ਗਿਣਤੀ ਪੋਸਟਮਾਰਟਮ ਵਿਭਾਗ ਤੋਂ ਇੱਕ ਆਉਂਦੀ ਆ ਤੇ ਇੱਕ ਸ਼ਾਇਦ ਲਾਸ਼ਾਂ ਦੀ ਗਿਣਤੀ ਵਾਪਸ ਜਾ ਰਹੀ ਆ। ਵੇਖ ਸਕਦੇ ਆ ਇਹ ਤਸਵੀਰਾਂ ਦਰਦ ਬਿਆਨ ਕਰ ਰਹੀਆਂ ਕਿ ਸਾਰਾ ਦਿਨ ਇੱਕ ਦਿਹਾੜੀਦਾਰ ਕੰਮ ਕਰਕੇ ਸ਼ਾਇਦ ਉਹ ਸ਼ਾਮਾਂ ਨੂੰ ਸ਼ਰਾਬ ਲੈਣ ਵਾਸਤੇ ਇੱਕ ਲਾਗਲੇ ਪਿੰਡ ਜਾਂਦਾ ਤੇ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਆ। ਉਸ ਤੋਂ ਬਾਅਦ ਦੇ ਵਿੱਚ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਜਿਵੇਂ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਆ, ਪਰ ਸਰਕਾਰ ਵੱਲੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਇੱਥੇ ਪਹੁੰਚਿਆ, ਕੋਈ ਐਮਐਲਏ ਸਾਹਿਬਾਨ ਨਹੀਂ ਪਹੁੰਚਿਆ। ਪਰ ਇੱਕ ਜ਼ਰੂਰ ਦੋਸ਼ ਲਾਇਆ ਗਿਆ ਇੱਥੋਂ ਦੇ ਲੋਕਾਂ ਵੱਲੋਂ ਕਿ ਐਮਐਲਏ ਸਾਹਿਬਾਨ ਦੇ ਪੀਏ ਸਾਹਿਬਾਨ ਨੇ ਕੋਈ ਮੈਂਬਰ ਇੱਥੇ ਜ਼ਰੂਰ ਭੇਜਿਆ ਹੈਗਾ ਜਿਨ੍ਹਾਂ ਨੇ ਆਣ ਕੇ ਧਮਕੀ ਵੀ ਦਿੱਤੀ ਸੀ ਕਿ ਚਲੇ ਜਾਓ, ਪਰ ਲੋਕ ਇਸੇ ਵਜ੍ਹਾ ਦਾ ਕਿ ਅਸੀਂ ਇਨਸਾਫ ਲੈ ਤੋਂ ਬਗੈਰ ਨਹੀਂ ਜਾਣਾ। Illegal distilleries were caught in district Patiala, in district Ludhiana, in other districts, and a huge hue and cry was there in the state, but they didn't do anything. Even the enforcement directorate which raided them, they were prevented. And if you go and ask the families, everyone is saying Congress MLAs, sons, Congress MLAs, PAs, Congress MLAs themselves are involved in this illicit trade. 90 people so many people have died. And the CM feels it's not his responsibility to come even to the hospital. The DC and SSP are not even bothered. They are compelling the families whose families have died to withdraw all cases. What type of government is this? Captain Amrinder Singh, I want to tell Captain Amrinder Singh, you are the excise minister, you are the home minister. Your MLAs are directly involved, your leaders are involved. If you do not arrest them, that means you yourself are culprit. Think above party lines. Arrest those people who have murdered so many people. We will not let you patronize all people who promote illicit liquor and who are responsible for the deaths of so many people. If Captain Amrinder Singh does not do anything, his government does not do anything, we will approach the High Court for an independent CBI inquiry and our party will continue fighting till everyone is arrested. ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਇੱਥੇ ਪਹੁੰਚੇ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚਿਆ। ਨਿਸ਼ਾਨਾ ਕੈਪਟਨ ਅਮਰਿੰਦਰ ਸਿੰਘ ਤੇ ਆ। ਵੇਖਦੇ ਆ, ਇੱਕ ਪਾਸੇ ਤੇ ਜਾਂਚ ਦੀ ਗੱਲ ਕਰ ਰਹੀ ਆ, ਦੂਜੇ ਪਾਸੇ ਪ੍ਰਸ਼ਾਸਨ ਕਿੱਥੇ ਆ। ਜੇ ਲੋਕਾਂ ਦੀ ਗੱਲ ਕਰਦੇ ਆ ਤੇ ਨਿਸ਼ਾਨਾ ਪ੍ਰਸ਼ਾਸਨ ਤੇ ਸਾਧਿਆ ਗਿਆ ਵਾ। ਸ਼ਰੇਆਮ ਦੱਸਿਆ ਗਿਆ ਕਿ ਪਿੰਡਾਂ ਦੇ ਵਿੱਚ ਸ਼ਰਾਬ ਵਿਕਦੀ ਸੀ, ਪ੍ਰਸ਼ਾਸਨ ਕਿੱਥੇ ਸੁੱਤਾ ਸੀ। ਇਹੋ ਹੀ ਗੱਲ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਤੇ ਇਲਾਕੇ ਦੇ ਐਮਐਲਏ ਦੇ ਪੀਏ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ। ਇੱਕ ਪਾਸੇ ਜਾਂਚ ਦੀ ਗੱਲ ਕਰ ਰਹੀ ਆ, ਪਰ ਫਿਰ ਉਸੇ ਘੇਰੇ ਦੇ ਵਿੱਚ ਆ ਖਾਕੀ ਕਿ ਜਦੋਂ UAPA ਐਕਟ ਦੇ ਉੱਤੇ ਏਡੀ ਵੱਡੀ ਧਾਰਾ ਲੱਗ ਸਕਦੀ ਆ ਇੱਕ ਕਲਿੱਕ ਕਰਨ ਤੇ, ਇੱਕ ਮੈਸੇਜ ਕਰਨ ਦੇ ਉੱਤੇ, ਤੇ ਕੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿੱਥੇ ਕਿੱਥੇ ਸ਼ਰਾਬ ਵਿਕਦੀ ਆ। ਅੱਜ ਕੰਗ ਪਿੰਡ ਦਾ ਨਾਮ ਅੱਗੇ ਆਇਆ ਵਾ, ਹੋਰ ਕਈ ਪਿੰਡ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਆ, ਮੁੱਛਲ ਦੇ ਵਿੱਚ ਸ਼ਰਾਬ ਵਿਕਦੀ ਆ। ਇਹਨਾਂ ਪਿੰਡਾਂ ਦਾ ਕਿਉਂ ਨਹੀਂ ਜ਼ਿਕਰ ਹੁੰਦਾ? ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਕਟਹਿਰੇ ਵਿੱਚ ਆ ਜਾਂਦਾ। ਕੌਣ ਆ ਜ਼ਿੰਮੇਵਾਰ? ਪ੍ਰਸ਼ਾਸਨ ਮੌਕੇ ਦਾ, ਸਰਕਾਰਾਂ, ਇਲਾਕੇ ਦੇ MLA ਸਾਹਿਬਾਨ, ਉਹਨਾਂ ਦੇ PA ਸਾਹਿਬਾਨ, ਜਾਂ ਹੋਰ? ਇਹ ਤੇ ਆਉਣਾ ਸਮਾਂ ਦੱਸੇਗਾ। ਆਮ ਆਦਮੀ ਪਾਰਟੀ ਤੋਂ ਵੀ ਬਲਜਿੰਦਰ ਕੌਰ ਆਏ ਸੀ, ਵਾਪਸ ਚਲੇ ਗਏ ਆ। ਲੋਕਾਂ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਇੱਥੇ ਪਹੁੰਚੇ ਸੀ ਤੇ ਉਹਨੇ ਇੱਕ ਜ਼ਿਕਰ ਕੀਤਾ ਕਿ 2 ਲੱਖ ਬਹੁਤ ਥੋੜ੍ਹੀ ਰਕਮ ਇਹਨਾਂ ਪਰਿਵਾਰਾਂ ਨੂੰ, ਇੱਕ ਵੱਡੀ ਰਕਮ ਦਿੱਤੀ ਜਾਵੇ ਤੇ ਨਾਲੇ ਜਾਂਚ ਕੀਤੀ ਜਾਵੇ। ਪਰ ਮਾਫੀਆ ਕਿੱਥੇ ਬੈਠਾ? ਉਹ ਕੌਣ ਆ ਜਿਹੜਾ ਇਹ ਪਿੰਡਾਂ ਦੇ ਵਿੱਚ ਸਪਲਾਈ ਕਰ ਰਿਹਾ? ਬੇਖੌਫ ਸਪਲਾਈ ਹੋ ਰਹੀ ਆ। ਜੇ ਚਿੱਟੇ ਦੀਆਂ ਗੱਲਾਂ ਚੱਲੀਆਂ ਸੀ ਉਹ ਵੀ ਬੇਖੌਫ ਚੱਲੀਆਂ ਸੀ, ਅੱਜ ਸ਼ਰਾਬ ਦੀ ਗੱਲ ਚੱਲ ਰਹੀ ਆ, ਬੇਖੌਫ ਚੱਲ ਰਹੀ ਆ। ਪ੍ਰਸ਼ਾਸਨ ਕਿਤੇ ਸੁੱਤਾ ਵਾ?
ਅੱਜ ਸਵੇਰ ਤੋਂ ਲਾਸ਼ਾਂ ਆ ਰਹੀਆਂ ਵਾ, ਲਾਸ਼ਾਂ ਜਾ ਰਹੀਆਂ। ਸ਼ਾਇਦ ਉੱਥੇ ਜੇ ਆਪਾਂ ਪੋਸਟਮਾਰਟਮ ਦੀ ਗੱਲ ਕਰਦੇ ਆ, ਪੋਸਟਮਾਰਟਮ ਨਹੀਂ ਪੂਰੇ ਹੋ ਰਹੇ। ਹਰ ਇੱਕ ਪਾਸੇ ਤੇ ਕਹਿਰ ਵਾਪਰਿਆ ਹੈਗਾ ਵਾ ਕਰੋਨਾ ਦਾ, ਪੂਰੀ ਦੁਨੀਆ ਆਪਣੇ ਲਪੇਟੇ 'ਚ ਲਈ ਆ। ਪਰ ਮਾਝੇ ਦੀ ਧਰਤੀ ਤੇ ਜਿਹੜਾ ਕਹਿਰ ਵਰਤਾ ਦਿੱਤਾ ਸ਼ਰਾਬ ਨੇ, ਸ਼ਰਾਬ ਮਾਫੀਏ ਨੇ, ਜਿਹਦੇ ਵਿੱਚ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੀ ਬਰਾਬਰ ਦਾ ਜ਼ਿੰਮੇਵਾਰ ਆ। ਤੇ ਪਿੰਡ ਦੇ ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮਹੀਨਾ ਲੈ ਕੇ ਉਹਨਾਂ ਕੋਲੋਂ ਸ਼ਰਾਬ ਵਿਕਾਈ ਜਾ ਰਹੀ ਆ। ਇਹ ਲੋਕ ਇੱਥੇ ਪਿੰਡ ਦੇ ਨੁਮਾਇੰਦੇ ਜਿਹੜੇ ਆਏ ਆ ਉਹ ਦੱਸ ਰਹੇ ਆ। ਪ੍ਰਸ਼ਾਸਨ ਫਿਰ ਕਟਹਿਰੇ 'ਚ ਆ, ਸਰਕਾਰ ਫਿਰ ਕਟਹਿਰੇ 'ਚ ਆ। ਵੇਖਦੇ ਆ ਆਉਣ ਵਾਲੇ ਸਮੇਂ 'ਚ ਇਹ ਜਿਹੜੀਆਂ ਡੈੱਡ ਬੋਡੀਆਂ ਲੈ ਕੇ ਜਾ ਰਹੇ ਆ ਲੋਕ, ਇਹਨਾਂ ਨੂੰ ਇਨਸਾਫ ਮਿਲੂਗਾ ਕਿ ਜਾਂ ਬੇਖੌਫ ਇਹ ਮਾਫੀਆ ਇੱਦਾਂ ਹੀ ਚੱਲਦਾ ਰਹੂਗਾ। ਡਰੱਗ ਮਾਫੀਆ ਦੀ ਗੱਲ ਕਰਦੇ ਆ, ਸ਼ਰਾਬ ਮਾਫੀਆ ਦੀ ਗੱਲ ਕਰਦੇ ਆ, ਸਾਰੇ ਮਾਫੀਆ ਉੱਦਾਂ ਹੀ ਚੱਲ ਰਹੇ ਆ। ਵੇਖਦੇ ਆ ਆਉਣ ਵਾਲੇ ਸਮੇਂ 'ਚ ਕੀ ਕਾਰਵਾਈ ਹੁੰਦੀ ਆ। ਪ੍ਰਸ਼ਾਸਨ, ਸਰਕਾਰ, ਜਿਨ੍ਹਾਂ ਨੂੰ ਕੋਈ ਸਾਰੀਆਂ ਪਾਰਟੀਆਂ ਨੇ ਜ਼ਿੰਮੇਵਾਰ ਠਹਿਰਾਇਆ, ਕੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।